सारे गुर बाणी कहे सेवक जन मान पर तख गुरु निस्तारे बाणी बिरलो विचारसी जे को गुरमुख होए एह बाणी महापुरख की निज घर वासा होए। तू सतगुर चौहान जुगी आप आपे परमेश्वर सुर नार साधक सिद्ध सिख सिवंत तुर तुर आद जुगाद अनाद कला तारी त्रह लोए अगम निगम उदाहरण जरा जम आरोहे गुर अमर दास थिर थपियो परगामी तारण तरण अग अंतक बदनाम साल काव गुर राम दास तेरी शरण गुर अमर दास थिर थपियो परगामी तारण तरण अग अंतक बदनाम साल काव गुर राम दास तेरी शरण। वाहिगुरु जी का खालसा वाहिगुरु जी की फतेह। सवैये महले चौथे के अजे बाणी संपूर्ण होई है। 60 सवैये ने इस बाणी दे विच। ये 60वां सवैया है। पाठशाल जी का उच्चारण किया होया। ये दूसरा सवैया है जो 1406 अंग ते दर्ज है। इस बाणी दी विचार भाई महताब सिंह जी चीमा जो कथावाचक हैं श्री दरबार साहब खडूर साहब दे वो आप जी नूं सरवण करवाउणगे। संगत वालों प्रबंधक सेवादार वालों भाई साहब जी का धन्यवाद। एक दिन का उन्हों का समा है साढ़े पास।
ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਨਿੱਕੀਆਂ ਜਿੰਦਾਂ ਵੱਡੇ ਸਾਕੇ ਵਰਤਾਉਣ ਵਾਲੇ ਬਾਬੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਪਰਸੋਂ 27 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਵੇਗਾ। ਇੱਕ ਜ਼ਰੂਰੀ ਬੇਨਤੀ ਹੈ, ਜਿਹੜੇ ਤੁਸੀਂ ਗੁਰੂ ਘਰ ਨੂੰ ਪਿਆਰ ਕਰਦੇ ਹੋ, ਚਾਹੁੰਦੇ ਹੋ ਕਿ ਗੁਰਦੁਆਰਾ ਸਾਹਿਬ ਖੁੱਲੇ ਰਹਿਣ, ਸੰਗਤਾਂ ਆ ਕੇ ਦਰਸ਼ਨ ਕਰਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਿਉਂਕਿ ਜਿਨ੍ਹਾਂ ਨੇ ਫੈਸਲਾ ਹੀ ਕਰ ਲਿਆ ਵੀ ਭਾਵੇਂ ਗੁਰਦੁਆਰਾ ਬੰਦ ਹੋ ਜੇ ਅਸੀਂ ਮਾਸਕ ਨਹੀਂ ਲਾਉਣਾ, ਉਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈ। ਪਰ ਮੈਨੂੰ ਇਹ ਵੀ ਪਤਾ ਹੈ ਵੀ ਜੇ ਲੋਕਡਾਊਨ ਲੱਗਿਆ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਮੁੜ ਕੇ ਗੁਰਦੁਆਰੇ ਵੜਨਾ ਵੀ ਨਹੀਂ ਹੈ। ਅੱਜ ਕੱਲ੍ਹ ਬਹਾਦਰ ਨੇ, ਮੁੜ ਕੇ ਸਭ ਤੋਂ ਵੱਡੇ ਡਰਪੋਕ ਵੀ ਇਹੀ ਹੋਣਗੇ। ਇਹਨਾਂ ਨੇ ਘਰੋਂ ਬਾਹਰ ਨਹੀਂ ਆਉਣਾ, ਗੁਰਦੁਆਰਾ ਸਾਹਿਬ ਤਾਂ ਦੂਰ ਦੀ ਗੱਲ ਹੈ। ਸੋ ਜੋ ਸਰਕਾਰ ਨੇ ਆਦੇਸ਼ ਕੀਤੇ ਨੇ, ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਸੰਦਰਭ ਦੇ ਵਿੱਚ ਸੰਗਤੀ ਜੁਗਤ ਵਿੱਚ ਕੁਝ ਫੈਸਲੇ ਲਏ ਨੇ, ਤਾਂ ਕਿ ਆਪਾਂ ਸਰਕਾਰ ਦੇ ਆਦੇਸ਼ਾਂ ਨੂੰ ਵੀ ਧਿਆਨ ਵਿੱਚ ਰੱਖੀਏ, ਮੈਡੀਕਲੀ ਜੋ ਐਡਵਾਈਜ਼ ਹੈ ਉਸ ਨੂੰ ਵੀ ਧਿਆਨ ਵਿੱਚ ਰੱਖੀਏ, ਔਰ ਗੁਰੂ ਘਰਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਵੀ ਚੜ੍ਹਦੀ ਕਲਾ ਵਿੱਚ ਰਵੇ। ਜਿੱਥੇ ਆਪਾਂ ਦੋ ਹੱਥ ਜੋੜ ਸਾਰਾ ਦਿਨ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਹੋ ਉਬਾਰ। ਉੱਥੇ ਸਾਡਾ ਫਰਜ਼ ਬਣਦਾ ਕਿ ਅਸੀਂ ਮੈਡੀਕਲੀ ਵੀ ਇਸ ਗੱਲ ਦਾ ਆਪਣੇ ਤੇ ਧਿਆਨ ਕਰੀਏ ਕਿ ਕੀ ਅਸੀਂ ਮਾਸਕ ਲਾਇਆ ਹੋਇਆ। ਮਾਸਕ ਲਾਉਣ ਦਾ ਅਰਥ ਹੈ ਮੂੰਹ ਤੇ ਨੱਕ ਢੱਕਣਾ। ਸਿਰਫ 2 ਮਿੰਟ ਮੱਥਾ ਟੇਕਣਾ, ਇੰਨੇ ਲਈ ਅਸੀਂ ਤਿਆਰ ਨਹੀਂ ਹੈਗੇ। ਤੇ ਕੀ ਅਸੀਂ ਕੁਰਬਾਨੀ ਦੇ ਸਕਦੇ ਹਾਂ? ਆਪਾਂ ਕੀ ਕਰ ਸਕਦੇ ਹਾਂ ਧਰਮ ਦੇ ਵਾਸਤੇ, ਗੁਰਦੁਆਰੇ ਦੇ ਵਾਸਤੇ? ਸਿਰਫ ਇੰਨੀ ਗੱਲ ਮੰਨਣ ਲਈ ਅਸੀਂ ਤਿਆਰ ਨਹੀਂ ਹਾਂ ਕਿ ਅਸੀਂ ਮੱਥਾ ਟੇਕਣ ਲੱਗਿਆ ਨੱਕ ਤੇ ਮੂੰਹ ਢੱਕ ਲਾਂਗੇ। ਬਾਹਰ ਜਾ, ਤੁਸੀਂ ਜਾਣੋ, ਸਰਕਾਰ ਜਾਣੇ, ਪਰ ਦਰਬਾਰ ਦੀ ਅਗਰ ਆਪਾਂ ਚਾਹੁੰਦੇ ਹਾਂ ਕਿ ਮਰਿਆਦਾ ਇਸੇ ਤਰ੍ਹਾਂ ਰੋਜ਼ ਸੇਵਾ ਸੰਭਾਲ ਹੋਵੇ, ਤਾਂ ਆਪ ਜੀ ਨੂੰ ਆਪਣਾ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਦੇ ਜਿਹੜੇ ਰਸਤੇ ਨੇ ਵੱਖਰੇ ਵੱਖਰੇ ਕੀਤੇ ਗਏ ਨੇ। ਸੋ ਕੋਈ ਵੀ ਵਿਅਕਤੀ ਜਿੱਧਰੋਂ ਸੰਗਤ ਬਾਹਰ ਜਾਂਦੀ ਹੈ ਉਧਰੋਂ ਅੰਦਰ ਆਉਣ ਦੀ ਖੇਚਲ ਨਾ ਕਰੇ। ਮੈਂ ਸੇਵਾਦਾਰ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜਾ ਐਗਜ਼ਿਟ ਗੇਟ ਹੈ ਉੱਥੇ ਜ਼ਰੂਰ ਧਿਆਨ ਰੱਖਿਆ ਜਾਵੇ, ਕਿਉਂਕਿ ਆਉਣਾ ਹੀ ਸਿੱਧੇ ਦਰਵਾਜ਼ੇ ਤੋਂ ਚਾਹੀਦਾ। ਉਸ ਦਰਵਾਜ਼ੇ ਤੋਂ ਸਾਨੂੰ ਨਹੀਂ ਆਉਣਾ ਚਾਹੀਦਾ। ਔਰ ਇਸ ਕਰੋਨੇ ਕਰਕੇ, ਐਮੀਕਰੋਨ ਕਰਕੇ ਬਿਲਕੁਲ ਇਸ ਗੱਲ ਦੀ ਪਾਬੰਦੀ ਹੈ। ਦੂਜਾ ਹੈ ਕਿ ਸੰਗਤ ਆਪਣਾ ਸਿਰ ਢੱਕਣ ਵਾਸਤੇ ਰੁਮਾਲ, ਦੁਪੱਟਾ, ਚੁੰਨੀ, ਕੱਪੜਾ ਇਹ ਘਰੋਂ ਲੈ ਕੇ ਆਵੇ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਰੁਮਾਲ ਰੱਖੇ ਜਾਂਦੇ ਸਨ ਉਸ ਨੂੰ ਮਨਾ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਮਾਸਕ ਤੋਂ ਬਗੈਰ ਕੋਈ ਵੀ ਸੱਜਣ ਆਉਣ ਦੀ ਖੇਚਲ ਨਾ ਕਰੇ। ਜਿਨ੍ਹਾਂ ਨੇ ਵੀ ਆਉਣਾ, ਜੇ ਉਹਨਾਂ ਨੂੰ ਗੁਰੂ ਨਾਲ ਪਿਆਰ ਹੈ ਤੇ ਜ਼ਰੂਰ ਛੋਟੀ ਜੀ ਗੱਲ ਜਿਹੜੀ ਹੈ ਉਹਨੂੰ ਆਪਣੇ ਸਿਰ ਮੱਥੇ ਮੰਨਣਾ ਚਾਹੀਦਾ ਹੈ। ਵੱਧ ਤੋਂ ਵੱਧ ਸੈਨੀਟਾਈਜ਼ ਆਪਣੇ ਹੱਥ ਕਰੋ, ਸਾਬਣ ਨਾਲ ਆਪਣੇ ਹੱਥ ਧੋਵੋ, ਔਰ ਉਹ ਆਦਤ ਛੱਡ ਦਿਓ ਵੀ ਹਰ ਪੌੜੀ ਤੇ ਹੱਥ ਲਾਉਣਾ ਹੈ, ਹਰ ਥਾਂ ਤੇ ਹੱਥ ਲਾਉਣਾ ਹੈ, ਹਰ ਜੰਗਲੇ ਨੂੰ ਹੱਥ ਲਾਉਣਾ ਹੈ। ਜਿਵੇਂ ਪਹਿਲਾਂ ਆਪਾਂ ਸਾਵਧਾਨੀ ਵਰਤਦੇ ਸੀ ਉਸੇ ਨੂੰ ਫਿਰ ਵਰਤਿਆ ਜਾਵੇ। ਤੀਸਰਾ ਹੈ ਕਿ ਦਰਸ਼ਨ ਕਰਦਿਆਂ ਆਪਣੀ ਉਚਿਤ ਦੂਰੀ ਬਣਾ ਕੇ ਰੱਖੋ, ਜਿਹਨੂੰ ਆਪਾਂ ਸੋਸ਼ਲ ਡਿਸਟੈਂਸ ਕਹਿੰਦੇ ਹਾਂ। ਤੇ ਕੋਈ ਵੀ ਸੱਜਣ ਬਾਹਰੋਂ ਪ੍ਰਸ਼ਾਦ ਲੈ ਕੇ ਨਾ ਆਵੇ। ਗੁਰਦੁਆਰਾ ਦੇ ਵਿੱਚ ਕਿਸੇ ਵੀ ਗੁਰਦੁਆਰੇ, ਜਿੰਨੇ ਇਤਿਹਾਸਕ ਗੁਰਦੁਆਰੇ ਨੇ
उतों बाहरों लिया के प्रसाद वरताउना बिल्कुल मना है। जो कुछ भी आप जी ने छकना छकाउना है वो गुरु के लंगर दे विच कीता जावे। ये सारियां नूं बेनती है। इस चिट्ठी की कापी जिन्हों चाहिदी होवे वो मेरे तो लै सकदा है। सो मेरी सारियां नूं बेनती, आपां आओ सारे रल मिल के अरदास करिए सच्चे पातशाह वो माड़ा समा साडी जिंदगी च मुड़ के ना आवे। और ये वास्ते जो साडा फर्ज है सानू अगे होके निभाना चाहिए। बाकी तो उस गुरु के हाथ विच है, साडे हाथ विच नहीं है। ये सिर्फ जिन्नियां गल्लां मैं तुहाडे नाल कीतियां ये अकल दा पाठ है कि अकल कहती है भी नहीं तू ध्यान कर, बाकी करना कराउना तो उस वाहिगुरू ने है। सो सब नूं बेनती है कि आप जी अगर चाहुंदे हो कि गुरुद्वारा साहब खुले रहन, दरबार लगे रहन, संगतां दर्शन करदियां रहन, तो फिर अज तो बाद कहना नहीं ना पवे किसी नूं कि भाई तुसी मास्क लाओ। सानू आप गुरु के घर नाल प्रेम होना चाहिए। आपां सारे गुरु घर की सेवा दे विच हाजिर होइए। वाहिगुरू जी का खालसा, वाहिगुरू जी की फतेह। सतनाम श्री वाहिगुरु साहिब जी। तेरे कवन कवन गुण कह कह गावा, तू साहिब गुणी निधाना। तुमरी महिमा वरन ना सकूं, तू ठाकुर ऊच भगवाना। मैं तान दी बाण तू है मेरे स्वामी, मैं तुद आगे अरदास। मैं होर थाऊं नाही जिस पह करूं बेनंती। मेरा दुख सुख तुद ही पास। बेसुमार अथाह अगणत अतुलै, ज्यों बुलावहो त्यों नानक दास बोलै। ज्यों बुलावहो त्यों नानक दास बोलै। परम सन्मानयोग जुगो जुग अटल चवर छत्र तख्त दे मालक, हाजरा हजूर जाहरा जहूर सर्ब कला भरपूर। पतित पावन भगत वसल कृपा निधान, दो जहान दे वाली। दसां पातशाहियां दी पावन जोत, धन धन सतगुरु श्री गुरु ग्रंथ साहिब जी महाराज। तिन्हां दी पावन पवित्र हजूरी अंदर साहिब सतगुरु धन गुरु गुरु हरकृष्ण साहब महाराज बाला प्रीतम दे पावन दरबार गुरुद्वारा श्री बंगला साहिब जी विखे गुरु दर दियां हाजरियां भर रहे गुरु प्यारे गुरु सवारे सत संगी जनों, बहुत वड्डे भाग हन। गुरु दर दियां हाजरियां भरन दा, गुरु की संगत करन दा सुभागा समा प्राप्त हो रहा है। वड भागी हर संगत पावहें, भागहीन भ्रम चोटां खावें। बिन भागां सत संग ना लभै, बिन संगत मैल भरीजै जियो। इलाही बाणी आसा की वार दे शब्द कीर्तन तो उपरंत
ਸਤਿਗੁਰੂ ਜੀ ਦੇ ਲੜੀਵਾਰ ਪਾਵਨ ਪਵਿੱਤਰ ਮੁਖ ਵਾਕ ਨੂੰ ਸਰਵਣ ਕੀਤਾ ਹੈ। ਆਓ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਜਿੱਥੇ ਸਾਹਿਬਾਂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਏਂਦਾ। ਉੱਥੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਹੋਰ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਸਾਡੇ ਤੇ ਮਹਾਨ ਕਿਰਪਾ ਕੀਤੀ, ਰਹਿਮਤ ਕੀਤੀ ਕਿ ਸਭ ਸੈ ਉੱਤਮ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ ਦੇ ਮਾਂ ਵਾਕਾਂ ਅਨੁਸਾਰ। ਆਓ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਜੀਵਨ ਦੀਆਂ ਘੜੀਆਂ, ਸਵਾਸਾਂ ਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ, ਤਿਨਾਂ ਦੀ ਪਾਵਨ ਕੀਰਤੀ ਵਡਿਆਈ ਦੇ ਅੰਦਰ ਪਟ ਸਹਿਬਾਨਾਂ ਜੀ ਨੇ ਜੋ ਅੰਮ੍ਰਿਤਮਈ ਪਾਵਨ ਸਵਈਏ ਉਚਾਰਨ ਕੀਤੇ ਨੇ, ਤਿਨਾਂ ਦੀ ਪਾਵਨ ਕੀਰਤੀ ਵਡਿਆਈ ਦੇ ਅੰਦਰ ਪਟ ਸਹਿਬਾਨਾਂ ਨੇ 60 ਸਵਈਏ ਜਿਹੜੇ ਨੇ ਉਹ ਉਚਾਰਨ ਕੀਤੇ ਹਨ। ਉਹਨਾਂ 60 ਸਵਈਆਂ ਦੇ ਵਿੱਚੋਂ ਅਖੀਰਲਾ ਸਵਈਆ ਜਿਹੜਾ ਹੈ 60 ਨੰਬਰ, ਉਹ ਆਪ ਜੀ ਨੇ ਮੁੱਖ ਵਾਕ ਰੂਪ ਦੇ ਅੰਦਰ ਸਿੰਘ ਸਾਹਿਬ ਜੀ ਉਹਨਾਂ ਦੇ ਪਾਸੋਂ ਸਰਵਣ ਕੀਤਾ ਹੈ, ਜਿਸ ਰਾਹੀਂ ਭੱਟ ਸਲ ਜੀ ਗਰੀਬ ਨਵਾਜ਼ ਸਤਿਗੁਰੂ ਜੀ ਦੀ ਵਡਿਆਈ ਉਸਤਤ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਨੇ ਕਿ ਹੇ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਐ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਜੋਤ, ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਚੌਥੇ ਸਰੂਪ, ਚੌਥੇ ਨਾਨਕ, ਤੂੰ ਸਦਾ ਸਥਿਰ ਰਹਿਣ ਵਾਲਾ ਗੁਰੂ ਪਰਮੇਸ਼ਰ ਹੈ। ਭਾਵ ਕਿ ਗੁਰੂ ਤੇ ਮਾਲਕ ਦੇ ਅੰਦਰ ਕੋਈ ਭਿੰਨ ਭੇਦ ਨਹੀਂ। ਗੁਰਬਾਣੀ ਨੇ ਫੈਸਲਾ ਦਿੱਤਾ ਹੈ, ਨਾਨਕ ਸੋਧੇ ਸਿਮਰਤ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਮਾਲਕ ਪਰਮਾਤਮਾ ਦੇ ਅੰਦਰ ਕੋਈ ਭਿੰਨ ਭੇਦ ਨਹੀਂ। ਜੋ ਮਾਲਕ ਪ੍ਰਭੂ ਪਰਮਾਤਮਾ ਹੈ, ਉਹੀ ਜੋਤ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ, ਜੋ ਸਾਹਿਬਾਂ ਨੇ ਬਚਨ ਕੀਤੇ ਨੇ ਕਿ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਭੱਟ ਸਾਹਿਬਾਨਾਂ ਨੇ ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਇਹਨਾਂ ਦਾ ਗਿਆਨ ਰੂਪੀ ਨੇਤਰ ਜਿਹੜਾ ਖੁੱਲ ਚੁੱਕਾ ਹੈ। ਮਾਲਕ ਪ੍ਰਭੂ ਪਰਮਾਤਮਾ ਦਾ ਸਰੂਪ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਤੱਕਦੇ ਨੇ ਤੇ ਗੁਰੂ ਨਾਨਕ ਦੇ ਘਰ ਅੰਦਰ ਆ ਕਰਕੇ ਜੋ ਪਾਵਨ ਵਡਿਆਈਆਂ ਤੇ ਬਖਸ਼ਿਸ਼ਾਂ ਨੂੰ ਤੱਕਿਆ, ਉਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੂੰ ਉਹਨਾਂ ਸਵਈਆਂ ਦੇ ਅੰਦਰ ਉਚਾਰਨ ਕੀਤਾ ਜੀ। ਭੱਟ ਸਾਹਿਬਾਨਾਂ ਨੇ ਮਾਲਕ ਦੇ ਘਰ ਦੀ ਵਡਿਆਈ ਕੀਤੀ, ਕੀਰਤੀ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੀ ਕੀਰਤੀ ਵਡਿਆਈ ਕਰਦਿਆਂ ਕਰਦਿਆਂ ਭੱਟ ਸਾਹਿਬਾਨ ਜੀ ਆਖਦੇ ਨੇ, ਤੂੰ ਸਤਿਗੁਰ ਚਾਹੋਂ ਜੁਗੀ, ਆਪ ਆਪੇ ਪਰਮੇਸ਼ਰ। ਹੈ ਗੁਰੂ ਰਾਮਦਾਸ ਮਹਾਰਾਜ, ਤੂੰ ਸਦਾ ਰਹਿਣ ਵਾਲਾ, ਚੌਹਾਂ ਯੁੱਗਾਂ ਦੇ ਵਿੱਚ ਗੁਰੂ ਸਰੂਪ ਪਰਮਾਤਮਾ ਸਰੂਪ ਹੈ। ਭਾਵ ਕਿ ਸਦਾ ਸਥਿਰ ਰਹਿਣ ਵਾਲਾ ਹੈ। ਮਾਲਕ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਦੀ ਦਾਤ ਵਾਲਾ ਹੈ।
ਤੇ ਉਸੇ ਮਾਲਕ ਪ੍ਰਭੂ ਪਰਮਾਤਮਾ ਦਾ ਸਰੂਪ ਸਤਿਗੁਰੂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੇ ਬਖਸ਼ਿਸ਼ ਦਿੱਤੀ ਹੈ ਆਪਣੇ ਸੇਵਕ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸੇਵਕ ਬਾਬਾ ਅਮਰਦਾਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸੇ ਤਰ੍ਹਾਂ ਦਾਤ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਨੂੰ ਬਖਸ਼ਿਸ਼ ਕੀਤੀ। ਤੇ ਇਹਨੂੰ ਗੁਰੂ ਕੇ ਰਬਾਬੀ ਇਹ ਕਹਿੰਦੇ ਨੇ, ਕਹਿੰਦੇ ਵੀ ਇਹ ਕੇਵਲ ਤੇ ਕੇਵਲ ਇੱਕ ਸਰੀਰ ਦਾ ਬਦਲਾਅ ਹੈ। ਜੋਤ ਉਹੀ ਹੈ, ਵਰਤਨ ਦਾ ਢੰਗ ਵੀ ਉਹੀ ਹੈ, ਬਸ ਕੇਵਲ ਸਰੀਰ ਦਾ ਬਦਲਾ ਰਿਹਾ। ਗੁਰੂ ਨਾਨਕ ਨਹੀਂ ਬਦਲਿਆ, ਗੁਰੂ ਨਾਨਕ ਉਹੀ ਹੈ। ਗੁਰੂ ਕੇ ਰਬਾਬੀਏ ਬਚਨ ਕਰਦੇ ਨੇ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਕਹਿਣ ਲੱਗੇ ਕੇਵਲ ਕਾਇਆ ਦਾ ਸਰੀਰ ਦਾ ਬਦਲਾਅ ਹੈ, ਜੋਤ ਵੀ ਉਹੀ ਹੈ ਤੇ ਵਰਤਨ ਜੁਗਤ ਦਾ ਢੰਗ ਵੀ ਉਹੀ ਹੈ। ਗੁਰੂ ਨਾਨਕ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਕੋਈ ਅੰਤਰ ਨਹੀਂ, ਇੱਕ ਸਰੂਪ ਇੱਕ ਜੋਤ ਹਨ, ਉਹੀ ਜੋਤ ਨੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਅੰਦਰ ਪਾਟਸ਼ਾਲ ਜੀ ਕਹਿੰਦੇ ਨੇ, ਮਾਲਕਾ ਤੂੰ ਚੌਹਾਂ ਯੁੱਗਾਂ ਦੇ ਵਿੱਚ ਸਦਾ ਲਈ ਗੁਰੂ ਹੈ। ਭਾਵ ਚੌਹਾਂ ਜੱਗਾਂ ਦੇ ਅੰਦਰ ਤੂੰ ਹੀ ਵਰਤਦਾ ਆਏ। ਜਿਵੇਂ ਭੱਟਾ ਨੇ ਹੋਰ ਬਚਨ ਕਹੇ ਨੇ ਕਿ ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੋਰ ਅੰਗਦ ਅਮਰ ਕਹਾਇਓ, ਸ੍ਰੀ ਗੁਰ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਮਾਲਕਾ ਤੂੰ ਆਦ ਪੁਰਖ ਹੈ, ਮਾਲਕਾ ਤੂੰ ਆਦ ਤੋਂ ਮਾਲਕ ਪ੍ਰਭੂ ਪਰਮਾਤਮਾ ਦੀ ਜੋਤ ਸਤਿਗੁਰੂ ਹੈ। ਤੇਰੇ ਅੰਦਰ ਤੇ ਪਰਮਾਤਮਾ ਦੇ ਅੰਦਰ ਕੋਈ ਭਿੰਨ ਭੇਦ ਨਹੀਂ। ਜਿਵੇਂ ਕਹੀਏ ਕਿ ਸੰਸਾਰ ਦੇ ਅੰਦਰ ਕੋਈ ਰਾਜਾ ਹੈ ਤੇ ਉਹ ਰਾਜਾ ਜਿਹੜੇ ਜਦੋਂ ਸਭਾ ਦੇ ਵਿੱਚ ਆਵੇ ਉਹਦੀ ਪੁਸ਼ਾਕ ਕੋਈ ਹੋਰ ਹੁੰਦੀ ਹੈ, ਉਹੀ ਰਾਜਾ ਜਦੋਂ ਆਪਣੇ ਮਹਿਮਾਨ ਖਾਨੇ ਵਿੱਚ ਬੈਠਦਾ ਉਹਦੀ ਪੁਸ਼ਾਕ ਕੋਈ ਹੋਰ ਹੁੰਦੀ ਹੈ। ਉਹੀ ਰਾਜਾ ਜਦੋਂ ਆਪਣੇ ਰਸੋਈ ਘਰ ਦੇ ਅੰਦਰ ਜਾਂਦੇ ਉਹਦੀ ਪੁਸ਼ਾਕ ਕੋਈ ਹੋਰ ਹੁੰਦੀ ਹੈ। ਪਰ ਭਾਵੇਂ ਪੁਸ਼ਾਕਾਂ ਕਿੰਨੀਆਂ ਵੀ ਰਾਜਾ ਬਦਲ ਲਵੇ ਜੀ, ਪਰ ਉਸ ਰਾਜੇ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਰਾਜਾ ਇੱਕੋ ਹੀ ਹੈ ਤੇ ਉਹ ਹੀ ਰਹਿੰਦਾ। ਇਸੇ ਤਰ੍ਹਾਂ ਇਹ ਸਰੀਰਾਂ ਦੇ ਬਦਲਾਅ ਹੋਏ ਨੇ ਜੀ। 10 ਜਾਮਿਆਂ ਅੰਦਰ ਗੁਰੂ ਨਾਨਕ ਦੀ ਜੋਤ ਵਰਤੀ ਹੈ ਤੇ 10 ਜਾਮਿਆਂ ਅੰਦਰ ਗੁਰੂ ਨਾਨਕ ਦੀ ਜੋਤ ਉਹੀ ਰਹੀ ਹੈ। ਕੇਵਲ ਸਰੀਰ ਰੂਪੀ ਪੁਸ਼ਾਕੇ ਬਦਲਦੇ ਰਹੇ ਨੇ, ਸਰੀਰ ਰੂਪੀ ਜਾਮਾ ਬਦਲੇ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੱਟ ਸਾਹਿਬਾਨ ਜੀ ਕਹਿੰਦੇ, ਮਾਲਕਾ ਤੂੰ ਆਦ ਤੋਂ ਲੈ ਕੇ ਚੌਹਾਂ ਯੁੱਗਾਂ ਦੇ ਅੰਦਰ, ਭਾਵ ਕਿ ਸਤਜੁਗ ਦੇ ਅੰਦਰ, ਤ੍ਰੇਤੇ ਦੇ ਅੰਦਰ, ਦੁਆਪਰ ਦੇ ਅੰਦਰ ਤੇ ਹੁਣ ਕਲਯੁਗ ਦੇ ਵਿੱਚ ਵੀ ਮਾਲਕਾ ਤੂੰ ਆਪ ਹੀ ਆਪ ਹੈ। ਤੂੰ ਪਰਮੇਸ਼ਰ ਰੂਪ ਹੈ, ਪਰਮਾਤਮਾ ਸਰੂਪ ਹੈ। ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਧੁਰ ਹੈ ਧੁਰ। ਹੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ, ਤੈਨੂੰ ਦੇਵਤੇ ਵੀ, ਤੈਨੂੰ ਮਨੁੱਖ ਵੀ, ਤੈਨੂੰ ਸਾਧਨਾ ਕਰਨ ਵਾਲੇ ਜੋਗੀ ਵੀ, ਸਾਧਨਾ ਦੇ ਵਿੱਚ ਪੁੱਗੇ ਹੋਏ ਜੋਗੀ ਵੀ, ਅਤੇ ਤੇਰੇ ਸਿੱਖ ਮਾਲਕਾ ਧੁਰੋਂ ਤੋਂ ਤੈਨੂੰ ਸਿਮਰਦੇ ਆ ਰਹੇ ਨੇ, ਤੈਨੂੰ ਚੇਤੇ ਕਰਦੇ ਆ ਰਹੇ ਨੇ, ਤੇਰੀਆਂ ਵਡਿਆਈਆਂ ਕਰਦੇ ਆ ਰਹੇ ਨੇ। ਗੁਰੂ ਰਾਮਦਾਸ ਮਹਾਰਾਜ, ਇਹ ਸਾਰੇ ਜੀਵ ਤੈਨੂੰ ਧਿਆਉਂਦੇ ਨੇ, ਤੈਨੂੰ ਸਿਮਰਦੇ ਨੇ, ਤੇਰੀਆਂ ਵਡਿਆਈਆਂ ਕਰਦੇ ਨੇ। ਕਿਉਂ? ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਐਸਾ ਹੈ ਜੀ, ਜਿਸ ਘਰ ਦੇ ਅੰਦਰ ਚੌਹਾਂ ਵਰਨਾਂ ਨੂੰ ਸਾਂਝਾ ਉਪਦੇਸ਼ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਂਝਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਇੱਕ ਦਿਨ ਦੀ ਕੀਤੀ ਹੋਈ ਸੇਵਾ, ਇੱਕ ਦਿਨ ਵੀ ਭਾਵਨਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿਮਰਿਆ ਹੋਇਆ
ਲੋਕ ਤੇ ਪਰਲੋਕ ਵੀ ਸਵਾਰ ਦਿੰਦਾ ਹੈ। ਕਿਉਂ ਨਾ ਐਸੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਜੀ ਵਡਿਆਈਆਂ ਦੇ ਵਿੱਚ ਜੁੜਨਾ। ਕਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਚੱਲ ਰਹੀ ਸੀ ਜੀ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਦਿਆਂ ਹੋਇਆਂ ਗੁਰੂ ਕੀ ਸੰਗਤ, ਗੁਰੂ ਕੇ ਪਿਆਰੇ ਬੜੀ ਭਾਵਨਾ ਦੇ ਨਾਲ, ਬਹੁਤ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ। ਬਹੁਤ ਨਿਸਕਾਮ ਸੇਵਕ ਗੁਰੂ ਕੀ ਸੇਵਾ ਦੇ ਵਿੱਚ ਲੱਗੇ ਹੋਏ, ਸਰੋਵਰਾਂ ਦੀ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਦੀ। ਤੇ ਇਸ ਸੇਵਾ ਦੇ ਦੌਰਾਨ ਚਲਦਿਆਂ ਪਾਤਸ਼ਾਹ ਨੇ ਬਹੁਤ ਸਾਰੇ ਮਿਹਨਤੀ ਤੇ ਮਜ਼ਦੂਰ ਜੀਵ ਵੀ ਇਹਨਾਂ ਸੇਵਾਵਾਂ ਦੇ ਵਿੱਚ ਲਾਏ, ਜਿਹੜੇ ਸੇਵਾ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਸੰਧਿਆ ਦੇ ਸਮੇਂ ਕੁਝ ਉਹਨਾਂ ਨੂੰ ਦਿਹਾੜੀ ਵੀ ਪ੍ਰਾਪਤ ਹੁੰਦੀ। ਇੱਕ ਮੁਸਲਮਾਨ ਜਾਤੀ ਦਾ ਭਾਈ ਨੂਰਾ, ਉਸ ਨੇ ਸੁਣਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਸੇਵਾਵਾਂ ਚੱਲ ਰਹੀਆਂ ਨੇ, ਤੇ ਉਹਨਾਂ ਸੇਵਾਵਾਂ ਦੇ ਵਿੱਚ ਜਿੱਥੇ ਨਿਸਕਾਮ ਸੇਵਕ ਨੇ, ਉੱਥੇ ਬਹੁਤ ਸਾਰੇ ਮਿਹਨਤੀ ਤੇ ਮਜ਼ਦੂਰ ਲੋਕ ਵੀ ਨੇ। ਇਹਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਆ ਕੇ ਨਮਸਕਾਰ ਕੀਤੀ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਪਾਤਸ਼ਾਹ ਮੇਰੇ ਘਰ ਵਿੱਚ ਗਰੀਬੀ ਬੜੀ ਹੈ, ਤੇ ਮਾਲਕਾ ਮੈਂ ਆਪਣਾ ਇੱਕ ਪਸ਼ੂ ਖੋਤੀ ਲੈ ਕਰਕੇ ਤੇ ਉਹਦੇ ਦੁਆਰਾ ਕੁਝ ਭਾੜਾ ਢੋਣਾ ਹੈ, ਉਹਦੇ ਨਾਲ 2-4 ਪੈਸੇ ਮਿਲਦੇ, ਘਰ ਦਾ ਗੁਜ਼ਾਰਾ ਚੱਲਦਾ ਹੈ। ਤੇ ਮਾਲਕਾ ਕਦੀ ਉਹ ਦਿਹਾੜੀ ਮਿਲ ਗਈ, ਕਦੀ ਨਾ ਮਿਲ ਗਈ, ਪਤਾ ਨਹੀਂ ਕਦੋਂ ਮਿਲਣੀ ਹੈ ਕਦੋਂ ਨਹੀਂ ਮਿਲਣੀ। ਤੇ ਜੇ ਤੁਹਾਡੀ ਆਗਿਆ ਹੋਵੇ ਤੇ ਮਾਲਕਾ ਇਸ ਘਰ ਦੇ ਸੇਵਾ ਦੇ ਵਿੱਚ ਲੱਗ ਜਾਵਾਂ, ਮੈਨੂੰ 2-4 ਪੈਸੇ ਦਿਹਾੜੀ ਦੇ ਮਿਲਣਗੇ, ਤੇ ਗਰੀਬ ਨਵਾਜ਼ ਸਤਿਗੁਰੂ ਮੇਰੇ ਘਰ ਦਾ ਗੁਜ਼ਾਰਾ ਚੱਲਣ ਲੱਗ ਜਾਏਗਾ। ਹੁਣ ਦੇਖੋ, ਜਿਹੜੇ ਮਿਹਨਤੀ ਮਜ਼ਦੂਰ ਜੀਵ ਨੇ ਜੀ, ਇੱਕ ਹੁੰਦਾ ਜੀ ਉਹਨਾਂ ਨੂੰ ਜਦੋਂ ਦਿਹਾੜੀ ਮਿਲਦੀ ਹੈ ਤੇ ਅਸੀਂ ਉਹਦੇ ਪੈਸੇ ਮੁਕਰਰ ਕੀਤੇ ਹੋਏ ਨੇ, ਤੇ ਉਹਨਾਂ ਦੀਆਂ ਕਈ ਦਿਹਾੜੀਆਂ ਜਿਹੜੀਆਂ ਨੇ ਟੁੱਟ ਜਾਂਦੀਆਂ ਨੇ, ਕਈ ਵਾਰੀ ਨਹੀਂ ਲੱਗਦੀਆਂ, ਛੁੱਟੀਆਂ ਹੋ ਜਾਂਦੀਆਂ ਨੇ। ਤੇ ਜੇ ਕਿਤੇ ਉਹਨਾਂ ਨੂੰ ਲਗਾਤਾਰ ਦਿਹਾੜੀ ਦਾ ਕੰਮ ਮਿਲ ਜਾਏ ਤੇ 2-4 ਪੈਸੇ ਘੱਟ ਤੇ ਵੀ ਕੰਮ ਕਰਨ ਨੂੰ ਤਿਆਰ ਹੁੰਦੇ ਨੇ ਕਿ ਮੈਨੂੰ ਲਗਾਤਾਰ ਜਿਹੜੀ ਹੈ ਉਹ ਮਿਹਨਤ ਮਿਲ ਜਾਣੀ ਹੈ ਜੀ। ਹੁਣ ਅੱਜ ਗੁਰੂ ਬਾਬੇ ਦੀ ਆਗਿਆ ਲੈ ਕਰਕੇ ਇਸ ਭਾਈ ਨੂਰੇ ਨੇ ਸਾਹਿਬ ਦੇ ਘਰ ਦੇ ਵਿੱਚ ਸੇਵਾ ਆਰੰਭੀ ਹੈ। ਇਹ ਆਮਿਆਂ ਤੋਂ ਇੱਟਾਂ ਲੈ ਕੇ ਜੀ ਉਹ ਆਪਣੀ ਖੋਤੀ ਤੇ ਲੱਦ ਕੇ ਲਿਆਉਂਦਾ ਹੈ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਦੇ ਵਿੱਚ ਲਿਆ ਕਰਕੇ ਪਾ ਦਿੰਦਾ ਜੀ। ਤੇ ਗੁਰੂ ਕੀ ਸੰਗਤ ਨੂੰ ਦੇਖਦਾ ਹੈ, ਗੁਰੂ ਕੀ ਸੰਗਤ ਸੇਵਾ ਕਰਦੀ ਹੈ, ਨਾਲੇ ਜਪਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਕੀ ਸੰਗਤ ਸੇਵਾ ਕਰਦੀ ਹੈ, ਨਾਲੇ ਗੁਰੂ ਕੇ ਸੇਵਕ ਆਪਣੇ ਘਰਾਂ ਦੇ ਵਿੱਚੋਂ 10 ਦੀ ਕਿਰਤ ਦੇ ਵਿੱਚੋਂ ਦਸਵੰਧ ਦੀ ਭੇਟਾ ਲਿਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ ਜੀ। ਕਈ ਗੁਰੂ ਕੇ ਐਸੇ ਸੇਵਕ ਦੇਖੇ ਜਿਹੜੇ ਘਰ ਤੋਂ ਕੁਝ ਭੋਜਨ ਆਪਣੇ ਨਾਲ ਲੈ ਕੇ ਆਉਂਦੇ, ਸਾਰਾ ਦਿਨ ਸੇਵਾ ਕਰਦੇ, ਤੇ 2 ਪ੍ਰਸ਼ਾਦੇ ਜਿਹੜੇ ਉਹੀ ਛਕਦੇ ਜਿਹੜੇ ਘਰ ਤੋਂ ਲੈ ਕੇ ਆਉਂਦੇ। ਬੜਾ ਹੈਰਾਨ ਹੁੰਦਾ ਦੇਖ ਕੇ, ਧੰਨ ਗੁਰੂ ਕੇ ਪਿਆਰੇ, ਧੰਨ ਗੁਰੂ ਕੇ ਸਿੱਖ, ਕਿ ਇਹ ਮਿਹਨਤ ਵੀ ਕੋਈ ਨਹੀਂ ਲੈਂਦੇ, ਮਜ਼ਦੂਰੀ ਕੋਈ ਨਹੀਂ ਲੈਂਦੇ, ਸਾਰਾ ਦਿਨ ਸੇਵਾ ਕਰਦੇ ਨੇ। ਇੱਥੋਂ ਤੱਕ ਕਿ ਕਈ ਆਪਣੇ ਘਰਾਂ ਵਿੱਚੋਂ 2 ਪ੍ਰਸ਼ਾਦੇ ਵੀ ਉਹ ਛਕਣ ਵਾਸਤੇ ਆਪ ਲੈ ਕੇ ਆਉਂਦੇ ਨੇ। ਕੋਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੀ ਭੇਟਾ ਅਰਪਣ ਕਰ ਰਿਹਾ ਹੈ। ਤੇ ਸਭ ਤੋਂ ਵੱਡੀ ਇਹਨੂੰ ਹੈਰਾਨਗੀ ਉਦੋਂ ਹੁੰਦੀ ਸੀ ਜਦੋਂ ਸ਼ਾਮ ਨੂੰ ਦਿਹਾੜੀ ਦੇ ਪੈਸੇ ਲੈਣ ਆਉਂਦਾ ਸੀ ਨਾ ਜੀ, ਉਦੋਂ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੁੰਦੇ ਸਨ, ਤੇ ਦੂਜੇ ਪਾਸੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ। ਤੇ ਜਿਸ ਪਾਸੇ ਬਾਬਾ ਬੁੱਢਾ ਜੀ ਸਨ, ਉਹਨਾਂ ਦੇ ਸਾਹਮਣੇ ਜਿਹੜੀ ਲਾਈਨ ਲੱਗੀ ਹੁੰਦੀ ਸੀ ਜੀ, ਉਹ ਮਿਹਨਤੀ ਮਜ਼ਦੂਰਾਂ ਦੀ। ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਦਿਹਾੜੀ ਦੇ ਪੈਸੇ ਦਿੰਦੇ ਹੁੰਦੇ ਸਨ, ਤੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਮਣੇ ਲਾਈਨ ਵਿੱਚ ਖੜੇ ਹੋਣੇ, ਉਹ ਪਿਆਰ ਵਾਲੇ, ਭਾਵਨਾ ਵਾਲੇ, ਗੁਰੂ ਕੀ ਬਖਸ਼ਿਸ਼ ਲੈਣ ਵਾਲੇ ਸਨ। ਉਹ ਮਿਹਨਤੀ ਮਜ਼ਦੂਰ ਨਹੀਂ, ਉਹ ਨਿਸਕਾਮ ਸੇਵਕ ਸਨ, ਜਿਹੜੇ ਗੁਰੂ ਘਰ ਦੀ ਰਹਿਮਤ ਵਰਤਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਪਿਆਰਿਓ, ਫਿਰ ਗੁਰੂ ਕੀ ਸੰਗਤ ਵਿੱਚ ਜਦੋਂ ਜੀਵ ਆਏ ਨਾ ਜੀ, ਤੇ ਇੱਥੇ ਰਹਿਮਤ ਵਰਤਦੀ ਹੈ। ਰੰਗ ਲਾਗਤ ਹੈ, ਭ੍ਰਮ ਭਾਗਤ ਭਾਗਤ ਹੈ।
ਗੁਰੂ ਕੀ ਸੰਗਤ ਜਿਵੇਂ ਜਿਵੇਂ ਜੀਵ ਕਰਦਾ ਰੰਗ ਲੱਗਦਿਆਂ ਲੱਗਦਿਆਂ ਲੰਘ ਜਾਂਦਾ ਜੀ। ਇਹ ਸੁਭਾਵਿਕ ਹੈ, ਜੈਸਾ ਸੇਵਹਿ ਤੈਸਾ ਹੋਵੇ। ਜਿਉਂ ਜਿਹਨੂੰ ਸਿਮਰਦੇ ਆ, ਸੰਗਤ ਕਰਦੇ ਆ, ਸੁਭਾਵਿਕ ਹੈ ਸਾਡਾ ਜੀਵਨ ਵੀ ਉਹੋ ਜਿਹਾ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਆਵਾਂਗੇ ਤੇ ਗੁਰੂ ਕੇ ਨਾਮ ਦਾ ਰੰਗ ਲੱਗੇਗਾ। ਭੈੜੀ ਸੰਗਤ ਵਿੱਚ ਜਾਵਾਂਗੇ ਤੇ ਉੱਥੇ ਭੈੜੀ ਸੰਗਤ ਦਾ ਰੰਗ ਲੱਗੇਗਾ ਜੀ। ਉੱਥੇ ਫਿਰ ਨਸ਼ਿਆਂ ਦਾ ਰੰਗ ਲੱਗਦਾ ਹੈ, ਉੱਥੇ ਚੋਰੀ ਵਿਕਾਰੀ ਦਾ ਰੰਗ ਲੱਗਦਾ ਹੈ, ਪਰ ਗੁਰੂ ਦੇ ਘਰ ਵਿੱਚ ਆ ਕਰਕੇ ਨਾਮ ਦਾ ਰੰਗ ਲੱਗਦਾ ਹੈ। ਇਹਦੇ ਅੰਦਰ ਭਾਵਨਾ ਬਣੀ ਕਿ ਮੈਂ ਤੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਤੇ ਗੁਰੂ ਦੇ ਘਰ ਵਿੱਚ ਕੁਝ ਭੇਟਾ ਕਰਨਾ ਹੋਵੇ ਤੇ ਕੀ ਕਰਾਂ। ਤੇ ਮਨ ਵਿੱਚ ਖਿਆਲ ਆਇਆ ਜੀ, ਵਿਚਾਰ ਕਰਦਿਆਂ ਵੀ ਜੇ ਬਹੁਤਾ ਨਹੀਂ ਤੇ 10 ਦਿਹਾੜੀਆਂ ਦੇ ਵਿੱਚੋਂ ਇੱਕ ਦਿਹਾੜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੇਖੇ ਲਾ ਦਿਆ ਕਰਾਂ, ਉਹਦੇ ਪੈਸੇ ਨਹੀਂ ਲਵਾਂਗਾ ਜੀ। ਇਹਨੇ ਇਸੇ ਤਰ੍ਹਾਂ ਕਾਰ ਆਰੰਭ ਦਿੱਤੀ, 9 ਦਿਹਾੜੀਆਂ ਦੇ ਪੈਸੇ ਲੈਣ ਲੱਗ ਪਿਆ ਜੀ। ਤੇ 10ਵੇਂ ਦਿਨ ਦੀ ਦਿਹਾੜੀ ਜਿਹੜੀ ਸੀ ਉਹਦੇ ਪੈਸੇ ਨਾ ਲੈਣੇ, ਉਹ ਗੁਰੂ ਦੇ ਲੇਖੇ ਲਾ ਦੇਣੇ। ਕੁਝ ਸਮਾਂ ਇਸੇ ਤਰ੍ਹਾਂ ਗੁਜ਼ਰਿਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਸਨਮੁਖ ਲਾਈਨ ਦੇ ਵਿੱਚ ਖੜਾ ਹੋਇਆ ਜੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਨੇੜੇ ਆਇਆ ਨਾ ਆਪਣੀ ਵਾਰੀ ਦੇ ਅਨੁਸਾਰ, ਤੇ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਦੇਖ ਕੇ ਪੁੱਛਦੇ ਨੇ, ਕਹਿਣ ਲੱਗੇ ਬਜ਼ੁਰਗਾ ਤੇਰੇ ਘਰ ਦੀ ਗਰੀਬੀ ਕੱਟੀ ਗਈ? ਕਹਿਣ ਲੱਗੇ ਤੂੰ ਦਿਹਾੜੀ ਨਹੀਂ ਲੈਂਦਾ, ਤੂੰ ਮਜ਼ਦੂਰੀ ਨਹੀਂ ਪ੍ਰਾਪਤ ਕਰਦਾ, ਇਸ ਲਾਈਨ ਵਿੱਚ ਕਿਉਂ ਖੜਾ ਹੈ? ਮਜ਼ਦੂਰਾਂ ਦੀ ਲਾਈਨ, ਮਿਹਨਤੀਆਂ ਦੀ ਲਾਈਨ ਜਿਹੜੀ ਉਹ ਤੇ ਪਰਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਹੈ, ਤੇ ਇਸ ਲਾਈਨ ਦੇ ਵਿੱਚ ਤੂੰ ਕਿਉਂ ਖੜਾ ਹੈ? ਕਹਿਣ ਲੱਗਾ ਮਾਲਕਾ ਅੱਜ ਮੈਂ ਮਿਹਨਤ ਮਜ਼ਦੂਰੀ ਲੈਣ ਵਾਸਤੇ ਨਹੀਂ ਆਇਆ, ਅੱਜ ਮਾਲਕਾ ਤੁਹਾਡਾ ਪਿਆਰ ਚਾਹੀਦਾ ਹੈ, ਮਾਲਕਾ ਤੁਹਾਡੀ ਬਖਸ਼ਿਸ਼ ਚਾਹੀਦੀ ਹੈ, ਤੁਹਾਡੀ ਰਹਿਮਤ ਚਾਹੀਦੀ ਹੈ। ਕਹਿਣ ਲੱਗੇ ਅੱਜ ਦਿਹਾੜੀ ਵਾਲਾ ਕੰਮ ਨਹੀਂ ਕੀਤਾ? ਕਹਿਣ ਲੱਗੇ ਨਹੀਂ ਮਾਲਕਾ, ਅੱਜ ਇਸ ਲਾਈਨ ਦੇ ਵਿੱਚ ਤਾਂ ਖੜਾ ਹੋਇਆ, ਅੱਜ ਦੀ ਦਿਹਾੜੀ ਤੁਹਾਡੇ ਲੇਖੇ ਸੀ ਤੇ ਅੱਜ ਭਾਵਨਾ ਬਣੀ ਹੈ ਮੈਂ ਤੁਹਾਡਾ ਪਿਆਰ ਲੈ ਕੇ ਜਾਵਾਂ। ਸਭ ਤੋਂ ਵੱਡੀ ਬਖਸ਼ਿਸ਼ ਜੇ ਜਿਹਨੂੰ ਗੁਰੂ ਦਾ ਥਾਪੜਾ ਮਿਲ ਗਿਆ, ਗੁਰੂ ਦਾ ਪਿਆਰ ਮਿਲ ਗਿਆ, ਗੁਰੂ ਦਾ ਮਿਹਰ ਭਰਿਆ ਸਿਰ ਤੇ ਹੱਥ ਆ ਗਿਆ। ਮਾਲਕ ਕਿਰਪਾ ਕਰਦਾ, ਰਹਿਮਤ ਕਰਦਾ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਮਾਲਕ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਵੇ, ਜੀਵਨ ਦੇ ਵਿੱਚੋਂ ਸਾਰੀਆਂ ਹੀ ਬੁਰਾਈਆਂ ਦੂਰ ਕਰ ਦਿੰਦਾ ਹੈ। ਮਾਲਕ ਜੀਵਨ ਦੇ ਵਿੱਚ ਨਾਮ ਦਾ ਰੰਗ ਭਰ ਦਿੰਦਾ ਹੈ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੰਘਾਸਨ ਤੋਂ ਉੱਠ ਕੇ ਨਾ ਜੀ ਇਸ ਬਜ਼ੁਰਗ ਨੂੰ ਆਪਣੀ ਗਲ ਵਕੜੀ ਵਿੱਚ ਲੈ ਲਿਆ। ਗੁਰੂ ਬਾਬੇ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ ਤੇ ਸਤਿਗੁਰੂ ਜੀ ਕਹਿਣ ਲੱਗੇ ਬਜ਼ੁਰਗਾ ਤੇਰੇ ਜਨਮਾਂ ਜਨਮਾਂਤਰਾਂ ਦੀਆਂ ਗਰੀਬੀਆਂ ਕੱਟੀਆਂ। ਕਹਿਣ ਲੱਗੇ ਤੈਨੂੰ ਸਿੱਖੀ ਦਾਨ ਦਿੱਤਾ, ਤੇਰਾ ਲੋਕ ਪਰਲੋਕ ਸਵਾਰਿਆ। ਗੁਰੂ ਬਾਬੇ ਨੇ ਐਸੀਆਂ ਰਹਿਮਤਾਂ ਦਿੱਤੀਆਂ, ਐਸੀਆਂ ਬਖਸ਼ਿਸ਼ਾਂ ਭਰਿਆ ਮੀਂਹ ਵਰਸਾਇਆ। ਇਹ ਗੁਰੂ ਬਾਬੇ ਦੇ ਕੋਲੋਂ ਇਹ ਰਹਿਮਤਾਂ ਲੈ ਕਰਕੇ ਜਦੋਂ ਤੁਰ ਪਿਆ ਨਾ ਜੀ ਘਰ ਨੂੰ, ਤੇ ਗੁਰੂ ਦਰਬਾਰ ਤੋਂ ਬਾਹਰ ਆਇਆ ਤੇ ਬਾਹਰ ਆ ਕਰਕੇ ਜਿੱਥੇ ਆਪਣਾ ਇਹਨੇ ਪਸ਼ੂ ਬੱਧਾ ਹੋਇਆ ਸੀ, ਜਦੋਂ ਖੋਲ ਕੇ ਤੁਰਨ ਲੱਗਾ ਫਿਰ ਇੱਕਦਮ ਇਹਨੂੰ ਵਿਚਾਰ ਆਈ। ਉਸੇ ਵੇਲੇ ਇਹਨੇ ਆਪਣਾ ਪਸ਼ੂ ਫਿਰ ਬੰਨ ਕੇ ਸਾਹਿਬਾਂ ਵੱਲ ਵਾਪਸ ਦੌੜਿਆ। ਸਤਿਗੁਰੂ ਜੀ ਉੱਠ ਕੇ ਉਦੋਂ ਪਰਿਕਰਮਾ ਵਾਲੇ ਪਾਸੇ ਤੁਰੇ ਆ ਰਹੇ ਸਨ। ਇਹ ਦੌੜ ਕੇ ਆਇਆ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਕੇ ਖੜਾ ਹੋ ਗਿਆ। ਸਤਿਗੁਰੂ ਕਹਿਣ ਲੱਗੇ ਹਾਂ ਭਾਈ ਨੂਰਿਆ ਫਿਰ ਆ ਗਏ ਹੈ, ਕੋਈ ਹੋਰ ਮੰਗ ਰਹਿ ਗਈ? ਕਹਿਣ ਲੱਗਾ ਪਾਤਸ਼ਾਹ ਤੁਹਾਡੀਆਂ ਬਖਸ਼ਿਸ਼ਾਂ ਬੜੀਆਂ ਮੈਨੂੰ ਮਿਲੀਆਂ, ਬੜੀਆਂ ਤੁਸੀਂ ਮੈਨੂੰ ਬਖਸ਼ਿਸ਼ਾਂ ਦਿੱਤੀਆਂ, ਪਰ ਇੱਕ ਮੰਗ ਮੇਰੀ ਹੋਰ ਹੈ। ਸਤਿਗੁਰੂ ਕਹਿਣ ਲੱਗੇ ਕੀ? ਕਹਿੰਦੇ ਮਾਲਕਾ ਤੇਰੇ ਘਰ ਦੀ ਇੱਕ ਦਿਹਾੜੀ ਮੈਂ ਤੇਰੇ ਲੇਖੇ ਲਾਈ, ਇੱਕ ਦਿਨ ਦੀ ਮਿਹਨਤ ਤੁਹਾਡੇ ਲੇਖੇ ਲਾਈ, ਤੁਸੀਂ ਮੈਨੂੰ ਬਖਸ਼ਿਸ਼ਾਂ ਦਿੱਤੀਆਂ, ਰਹਿਮਤਾਂ ਦਿੱਤੀਆਂ। ਮਾਲਕਾ ਮੈਨੂੰ ਰਹਿਮਤ ਦਿੱਤੀ ਵੀ ਤੇਰੀਆਂ ਗਰੀਬੀਆਂ ਕਟੀਆਂ, ਤੈਨੂੰ ਸਿੱਖੀ ਦਾਨ ਦਿੱਤਾ, ਤੇਰਾ ਲੋਕ ਪਰਲੋਕ ਸਵਾਰਿਆ। ਤੇ ਹੇ ਗੁਰੂ ਰਾਮਦਾਸ ਮਹਾਰਾਜ ਜਿਹੜਾ ਮੇਰਾ ਪਸ਼ੂ ਹੈ ਨਾ, ਜਿਸ ਖੋਤੀ ਦੇ ਨਾਲ ਮੈਂ ਇਹ ਪਹਾੜਾ ਢੋਂਦਾ ਰਿਹਾ, ਉਹਨੂੰ ਨਾਲ ਲੈ ਕਰਕੇ ਮਿਹਨਤ ਕਰਦਾ ਰਿਹਾ, ਜਿਹਦੇ ਦੁਆਰਾ ਮੈਂ ਆਪਣੇ ਬੱਚਿਆਂ ਦਾ ਪੇਟ ਪਾਲਦਾ ਰਿਹਾ, ਮਾਲਕਾ ਮੇਰੇ ਤੇ ਇੱਕ ਕਿਰਪਾ ਕਰ, ਰਹਿਮਤ ਕਰ, ਮੇਰੇ ਉਹ ਪਸ਼ੂ ਦਾ ਵੀ ਭਲਾ ਕਰ ਦੇ। ਦੇਖੋ ਪਿਆਰਿਓ ਕੋਈ ਵਿਰਲਾ ਜੀਵ ਹੁੰਦਾ ਹੈ ਜੀ
ਜਿਹੜਾ ਆਪਣੇ ਪਸ਼ੂਆਂ ਦਾ ਵੀ ਭਲਾ ਮੰਗੇ, ਆਪਣੇ ਵਾਹਨਾਂ ਦਾ ਵੀ ਭਲਾ ਮੰਗੇ। ਗੁਰੂ ਨਾਨਕ ਦਾ ਸਿੱਖ ਤੇ ਸਰਬੱਤ ਦਾ ਭਲਾ ਮੰਗਦਾ ਨਾ ਜੀ। ਤੇ ਜਿਨ੍ਹਾਂ ਦੇ ਨਾਲ ਪਿਆਰਿਓ ਅਸੀਂ ਚੱਲਦੇ ਫਿਰਦੇ ਮਿਹਨਤਾਂ ਕਰਦੇ ਹਾਂ, ਕਦੇ ਉਹਨਾਂ ਦਾ ਵੀ ਭਲਾ ਮੰਗਿਆ ਕਰੀਏ। ਗੁਰੂ ਬਾਬੇ ਨੇ ਤੁਰ ਉੱਠ ਕੇ ਦਾਤ ਦਿੱਤੀ, ਕਹਿਣ ਲੱਗੇ ਜਾ ਤੇਰੀ ਖੋਤੀ ਦਾ ਵੀ ਭਲਾ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਦੀ ਵੀ ਇਹ ਜੂਨ ਕੱਟੀ। ਗੁਰੂ ਬਾਬੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਿੱਤੀਆਂ ਹੋਈਆਂ ਪਿਆਰਿਓ। ਇਹ ਉਦੋਂ ਇਹ ਮਹਾਨ ਬਖਸ਼ਿਸ਼ ਤੇ ਰਹਿਮਤ ਸਫਲੀ ਹੋਈ, ਸਾਹਮਣੇ ਆਈ ਜਿੱਦਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਮਰਦ ਅਗੰਮੜੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਾਦਰ ਸ਼ਾਹ ਨੇ ਆ ਕੇ ਨਮਸਕਾਰ ਕੀਤੀ ਸੀ ਨਾ ਜੀ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ। ਇੱਕ ਦਿਨ ਨਹੀਂ, 2 ਦਿਨ ਨਹੀਂ, ਜਿੰਨੀ ਵਾਰੀ ਗੁਰੂ ਦਰਬਾਰ ਵਿੱਚ ਆਉਂਦਾ ਰਿਹਾ ਪਾਤਸ਼ਾਹ ਇਹੀ ਬਚਨ ਕਹਿੰਦੇ ਸਨ। ਤੇ ਇੱਕ ਦਿਨ ਇਹਨੇ ਪੁੱਛ ਲਿਆ, ਕਹਿਣ ਲੱਗੇ ਮਾਲਕਾ ਸਾਰੀ ਸੰਗਤ ਤੁਹਾਨੂੰ ਨਮਸਕਾਰ ਕਰਦੀ ਹੈ, ਤੁਹਾਡੇ ਗੁਰਸਿੱਖ ਤੁਹਾਨੂੰ ਨਮਸਕਾਰ ਕਰਦੇ ਨੇ, ਪਰ ਜਦੋਂ ਮੈਂ ਤੁਹਾਡੇ ਅੱਗੇ ਸੀਸ ਝੁਕਾਇਆ ਤੁਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਕਿਉਂ ਕਹਿੰਦੇ ਹੋ? ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਬਹਾਦਰ ਸ਼ਾਹ ਜਦੋਂ ਤੂੰ ਸਾਡੇ ਸਾਹਮਣੇ ਆਉਣਾ ਨਾ ਤੇ ਚੌਥੇ ਜਾਮੇ ਦੇ ਸਮੇਂ ਵਿੱਚ ਇੱਕ ਬਜ਼ੁਰਗ ਦੀ ਗਾਥਾ ਯਾਦ ਆ ਜਾਂਦੀ ਹੈ ਜੀ। ਉਹੀ ਗਾਥਾ ਜਿਹੜੀ ਆਪ ਜੀ ਨੇ ਸਰਵਣ ਕੀਤੀ ਹੈ। ਕਹਿਣ ਲੱਗੇ ਮਾਲਕਾ ਬਜ਼ੁਰਗ ਦੀ ਗਾਥਾ? ਸਾਹਿਬ ਨੇ ਉਹ ਵਾਰਤਾ ਸੁਣਾਈ। ਕਹਿਣ ਲੱਗੇ ਮਾਲਕਾ ਠੀਕ ਹੈ, ਉਹਨੇ ਸੇਵਾ ਕੀਤੀ, ਗੁਰੂ ਰਾਮਦਾਸ ਜੀ ਦੇ ਘਰ ਤੋਂ ਦਾਤਾਂ ਪ੍ਰਾਪਤ ਕੀਤੀਆਂ, ਬਖਸ਼ਿਸ਼ਾਂ ਮਿਲੀਆਂ, ਮੇਰੇ ਨਾਲ ਉਹਦਾ ਕੀ ਸੰਬੰਧ? ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਉਹਨੇ ਬਖਸ਼ਿਸ਼ਾਂ ਲੈ ਲਈਆਂ, ਮੇਰੇ ਨਾਲ ਉਹਦਾ ਕੀ ਸੰਬੰਧ ਹੈ? ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਉਹ ਬਜ਼ੁਰਗ ਕੋਈ ਹੋਰ ਨਹੀਂ, ਉਹ ਬਹਾਦਰ ਸ਼ਾਹੀ ਆਖੋ ਸਤਨਾਮ। ਹੱਥ ਜੁੜ ਗਏ ਤੇ ਪਾਤਸ਼ਾਹ ਠੀਕ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਮਿਲੀ, ਅੱਜ ਤੁਸੀਂ ਮੈਨੂੰ ਰਾਜ ਭਾਗ ਵੀ ਦਿੱਤਾ, ਮਾਲਕਾ ਮੈਨੂੰ ਤਖਤ ਦੀ ਦਾਤ ਦਿੱਤੀ, ਬਖਸ਼ਿਸ਼ਾਂ ਦਿੱਤੀਆਂ ਤੁਸਾਂ ਨੇ, ਤੇ ਗਰੀਬ ਨਵਾਜ਼ ਸਤਿਗੁਰੂ ਫਿਰ ਜੇ ਉਹ ਗਾਥਾ ਇਸ ਤਰ੍ਹਾਂ ਹੈ ਤੇ ਮੇਰੇ ਪਸ਼ੂ ਦਾ ਕੀ ਬਣਿਆ? ਮਾਲਕਾ ਉਹਨੂੰ ਵੀ ਬਚਨ ਕੀਤਾ ਸੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਉਹਦਾ ਵੀ ਭਲਾ ਕੀਤਾ, ਉਹਦਾ ਕੀ ਬਣਿਆ? ਸਤਿਗੁਰੂ ਜੀ ਮੁਸਕਰਾ ਪਏ, ਕਹਿਣ ਲੱਗੇ ਮਾਲਕਾ ਤੁਹਾਡੇ ਹੱਸਣ ਦਾ ਮੁਸਕਰਾਉਣ ਦਾ ਕਾਰਨ? ਕਹਿਣ ਲੱਗੇ ਅਸੇਸ ਕਰਕੇ ਆ। ਕਹਿਣ ਲੱਗੇ ਆ ਤੇਰੀ ਬੇਗਮ ਜਿਹੜੀ ਆ ਇਹ ਕੋਈ ਹੋਰ ਨਹੀਂ ਆ। ਕਹਿਣ ਲੱਗੇ ਉਹੀ ਹੈ ਜਿਹਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਲਾ ਕੀਤਾ। ਪਿਆਰ ਸਹਿਤ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਪਿਆਰਿਓ ਐਸੇ ਸਾਹਿਬਾਂ ਦੀਆਂ ਵਡਿਆਈਆਂ ਭੱਟ ਸਾਹਿਬਾਨ ਕਰਦੇ ਨੇ। ਮਾਲਕਾ ਤੂੰ 4 ਯੁੱਗਾਂ ਦੇ ਵਿੱਚ ਉਹੀ ਪਰਮੇਸ਼ਰ ਸਰੂਪ, ਤੈਨੂੰ ਦੇਵਤੇ ਵੀ, ਤੈਨੂੰ ਮਨੁੱਖ ਵੀ, ਤੈਨੂੰ ਸਾਧਨਾ ਕਰਨ ਵਾਲੇ ਜੋਗੀ ਵੀ, ਤੈਨੂੰ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਵੀ, ਮਾਲਕਾ ਤੇਰੇ ਸਿੱਖ ਵੀ ਤੈਨੂੰ ਧੁਰ ਤੋਂ ਹੀ ਸਦਾ ਆਰਾਧਦੇ ਨੇ, ਸਿਮਰਦੇ ਆ ਰਹੇ ਨੇ, ਸਦਾ ਤੇਰੀਆਂ ਜੈ ਜੈਕਾਰਾਂ ਕਰਦੇ ਆ ਰਹੇ ਨੇ, ਤੇਰੀਆਂ ਵਡਿਆਈਆਂ ਕਰਦੇ ਆ ਰਹੇ ਨੇ, ਕਿਉਂਕਿ ਤੇਰਾ ਦਰ ਘਰ ਐਸਾ ਜਿੱਥੇ ਇੱਕ ਦਿਨ ਦੀ ਸੇਵਾ ਵੀ ਕੀਤੀ ਹੋਈ ਮਾਲਕਾ ਉਹਦਾ ਲੋਕ ਤੇ ਪਰਲੋਕ ਸਵਾਰ ਦਿੰਦੀ ਹੈ। ਧੰਨ ਗੁਰੂ ਰਾਮਦਾਸ ਜੀ ਦੀ ਵਡਿਆਈ ਅੰਦਰ ਪਟ ਸਾਹਿਬਾਨ ਜੀ ਕਿਰਪਾ ਕਰਦੇ ਨੇ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਓ ਲੋ। ਕਹਿਣ ਲੱਗੇ ਹੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਆਦ ਤੋਂ ਲੈ ਕੇ ਜੁਗਾਂ ਅੰਦਰ ਸਦਾ ਤੂੰ ਅਨਾਦ ਹੈ, ਸਦਾ ਤੂੰ ਅਨਾਦੀ ਹੈ, ਨਾਸ ਤੋਂ ਰਹਿਤ ਹੈ। ਮਾਲਕਾ ਤਿੰਨਾਂ ਲੋਕਾਂ ਦੇ ਅੰਦਰ ਤੂੰ ਆਪਣੀ ਸਤਾ ਵਰਤਾਈ ਕਲਾ ਰੱਖੀ ਹੋਈ ਹੈ। ਤਿੰਨਾਂ ਭਾਵਨਾਂ ਦੇ ਅੰਦਰ ਤੇਰੀ ਹੀ ਜੋਤ ਵਰਤਦੀ ਪਈ ਹੈ। ਮਾਲਕ ਕਿਰਪਾ ਕਰੇ ਜੇ ਬਖਸ਼ਿਸ਼ ਸਮਝ ਵਿੱਚ ਆ ਜਾਏ ਤੇ ਅੱਜ ਪਿਆਰਿਓ ਕੋਈ ਕਿਸੇ ਪ੍ਰਕਾਰ ਦਾ ਝਗੜਾ ਨਹੀਂ ਹੋਏਗਾ। ਝਗੜੇ ਨੇ ਸਾਡੇ ਹਉਮੈ ਦੇ, ਝਗੜੇ ਨੇ ਸਾਡੀ ਮੈਂ ਮੇਰੀ ਦੇ। ਜੇ ਸਾਰਿਆਂ ਵਿੱਚ ਮਾਲਕ ਦੀ ਜੋਤ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜੇ ਇਹ ਦਾਤ ਸਮਝ ਵਿੱਚ ਆ ਜਾਏ ਕੋਈ ਝਗੜਾ ਨਹੀਂ ਹੈ। ਗੁਰੂ ਦਾ ਕੋਈ ਝਗੜਾ ਨਹੀਂ, ਧਰਮ ਦਾ ਕੋਈ ਝਗੜਾ ਨਹੀਂ, ਰੱਬ ਦਾ ਕੋਈ ਝਗੜਾ ਨਹੀਂ, ਧਰਮ ਗ੍ਰੰਥਾਂ ਦਾ ਕੋਈ ਝਗੜਾ ਨਹੀਂ। ਝਗੜਾ ਹੈ ਤੇ ਸਾਡੀ ਹਉਮੈ ਮੈਂ ਮੇਰੀ ਦਾ ਝਗੜਾ ਹੈ, ਰੱਬ ਦੇ ਨਾਂ ਦਾ ਕੋਈ ਝਗੜਾ ਨਹੀਂ ਹੈ ਜੀ। ਰੱਬ ਤੇ ਇੱਕ ਹੈ, ਮਾਲਕ ਤੇ ਇੱਕ ਹੈ, ਉਹ ਤੇ ਸਦਾ ਹੀ ਸਾਰਿਆਂ ਦੇ ਵਿੱਚ ਇੱਕ ਹੀ ਦੀ ਜੋਤ ਸਮਾਈ ਹੋਈ ਹੈ।
ਮਾਲਕ ਨੇ ਬਾਣੀ ਦੀ ਆਰੰਭਤਾ ਵੀ ਇੱਕ ਤੋਂ ਕੀਤੀ ਤੇ ਇਸੇ ਦੀ ਵਿਚਾਰਧਾਰਾ ਦੇ ਨਾਲ ਸਾਨੂੰ ਜੋੜਿਆ ਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਫਿਰ ਸਿੱਖਾ ਕਿਉਂ ਭਟਕਦਾ ਹੈ? ਜੇ ਇਹ ਗਾਥਾ ਪਿਆਰਿਓ ਮੁਗਲਾਂ ਨੂੰ, ਤੁਰਕਾਂ ਨੂੰ ਸਮਝ ਪਈ ਹੁੰਦੀ, ਪਹਾੜੀਆਂ ਨੂੰ ਇਹ ਗੱਲ ਦੀ ਸਮਝ ਪਈ ਹੁੰਦੀ ਤੇ ਮਾਲਕ ਦੇ ਨਾਲ ਕਦੀ ਬਿਨਾਂ ਕਾਰਨ ਤੋਂ ਝਗੜੇ ਨਾ ਉਠਾਉਂਦੇ, ਕਦੀ ਬਿਨਾਂ ਕਾਰਨ ਤੋਂ ਧਰੋਹ ਨਾ ਕਰਦੇ, ਕਿਤੇ ਬਿਨਾਂ ਕਾਰਨ ਤੋਂ ਗੁਰੂ ਕੇ ਸਾਹਿਬਜ਼ਾਦਿਆਂ ਦੇ ਉੱਪਰ ਤਸੱਦਦ ਨਾ ਢਾਉਂਦੇ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਹ ਤੇ ਸਾਡੇ ਤੇ ਕਿਰਪਾ ਕੀਤੀ। ਗੁਰੂ ਨਾਨਕ ਦਾ ਘਰ ਪਿਆਰਿਓ ਪੱਥਰ ਖਾ ਕੇ ਵੀ, ਧੱਕੇ ਖਾ ਕੇ ਵੀ, ਬੁਰੇ ਭਲੇ ਬੋਲ ਸੁਣ ਕੇ ਵੀ, ਫਿਰ ਵੀ ਸਮੁੱਚੇ ਜਗਤ ਦਾ ਭਲਾ ਮੰਗਦੇ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਓ ਉਬਾਰ। ਗੁਰੂ ਨਾਨਕ ਨੂੰ ਪਿਆਰਿਓ ਜਗਤ ਨੇ ਕੀ ਨਹੀਂ ਬੋਲ ਕਬੋਲ ਕੀਤੇ। ਗੁਰੂ ਨਾਨਕ ਨੂੰ ਜਗਤ ਨੇ ਪੱਥਰ ਵੀ ਮਾਰੇ ਨੇ, ਗੁਰੂ ਬਾਬੇ ਨੂੰ ਧੱਕੇ ਵੀ ਮਾਰੇ ਨੇ, ਇਥੋਂ ਤੱਕ ਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਇਹ ਨਾਮ ਦੀਆਂ ਦਾਤਾਂ ਵਰਤਾਉਂਦਿਆਂ ਵਰਤਾਉਂਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਤੱਤੀ ਤਵੀ ਤੇ ਵੀ ਬੈਠਣਾ ਪਿਆ, ਉਬਲਦੀ ਦੇਗ ਦੇ ਵਿੱਚ ਉਬਾਲਾ ਵੀ ਖਾਣਾ ਪਿਆ, ਸੀਹ ਤੇ ਤੱਤੀ ਰੇਤਾ ਵੀ ਪਈ ਹੈ, ਪਰ ਫਿਰ ਵੀ ਮਾਲਕ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਨਾਨਕ ਦਾ ਘਰ ਕਿੰਨਾ ਬਖਸ਼ਣ ਤੇ ਕਿੰਨਾ ਦਿਆਲ ਵਾਲਾ ਹੈ ਜੀ। ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰੂ ਨਾਨਕ ਦਾ ਘਰ ਕਿੰਨਾ ਦਿਆਲੂ ਤੇ ਕਿਰਪਾਲੂ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਦਰ ਕਿੰਨਾ ਕਿਰਪਾਲੂ ਤੇ ਦਿਆਲੂ ਹੈ। ਇਸ ਘਰ ਦੇ ਵਿੱਚ ਪਿਆਰਿਓ ਸਾਡੇ ਢਹਿਣ ਵਾਸਤੇ ਦੇਰੀ ਲੱਗਦੀ ਹੈ। ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਣ ਲੱਗਿਆ ਕੋਈ ਦੇਰੀ ਨਹੀਂ ਲੱਗਦੀ। ਬਸ ਭਲਿਆ ਤੂੰ ਢਹਿਣ ਦੇ ਵਿੱਚ ਮਾਲਕ ਦੇ ਚਰਨਾਂ ਦੇ ਵਿੱਚ ਆ, ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਕਿ ਅਸੀਂ ਖਤੇ ਬਹੁਤ ਕਮਾਉਂਦੇ, ਹਰ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵਡ ਗੁਨਹਗਾਰ। ਬਸ ਤੂੰ ਮੰਨ ਲੈ, ਪ੍ਰਵਾਨ ਕਰ ਲੈ ਵੀ ਮੈਂ ਪਾਪੀ ਹਾਂ, ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ। ਜਿਸ ਦਿਨ ਤੂੰ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਿਆ, ਗੁਰੂ ਮਾਲਕ ਸਾਰੇ ਪਾਪ ਤੇਰੇ ਬਖਸ਼ ਦੇਵੇਗਾ। ਫਿਰ ਤੇ ਮਾਲਕ ਕਿਰਪਾ ਕਰਦਾ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੈ। ਮਾਲਕ ਸਾਰੇ ਗੁਨਾਹ ਬਖਸ਼ ਦਿੰਦਾ ਹੈ ਜੀ, ਅਗਲੇ ਮਾਰਗ ਤੇ ਪਾ ਦਿੰਦਾ ਹੈ। ਗੁਰੂ ਨਾਨਕ ਦੇ ਘਰ ਦਰ ਘਰ ਦੇ ਅੰਦਰ ਵਡਿਆਈਆਂ। ਪਤਾ ਵੀ ਇਹ ਔਰੰਗਜ਼ੇਬ ਨੇ ਇੰਨੇ ਭਾਰੀ ਜ਼ੁਲਮ ਕੀਤੇ ਨੇ, ਇਥੋਂ ਤੱਕ ਕਿ ਗੁਰੂ ਕਾ ਪਰਿਵਾਰ, ਗੁਰੂ ਕੇ ਜਾਨੋ ਪਿਆਰੇ ਸਿੱਖ ਜਿਹੜੇ ਸ਼ਹਾਦਤਾਂ ਦੇ ਜਾਮ ਪੀਂਦੇ ਨੇ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਉਮਤ ਦੇ ਭਲੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਸ਼ਬਦ ਵਰਤਦੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇੰਨਾ ਬਖਸ਼ੰਦ ਹੈ ਮਾਲਕ ਸਤਿਗੁਰੂ ਦਾ ਘਰ। ਜੇ ਇਸੇ ਘਰ ਦੇ ਵਿੱਚ ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ, ਜਿਹਦੀ ਗਾਥਾ ਤੁਹਾਡੇ ਨਾਲ ਸਾਂਝੀ ਕੀਤੀ, ਜਿਹਨੇ ਤਖਤ ਪ੍ਰਾਪਤ ਕਰਕੇ ਬਹਾਦਰ ਸ਼ਾਹ ਨਾਂ ਰਖਾਇਆ, ਜੇ ਉਹ ਗੁਰੂ ਕੀ ਸ਼ਰਨ ਵਿੱਚ ਆਇਆ ਕਿ ਮੇਰੀ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮੇਰੀ ਸਹਾਇਤਾ ਕਰੋ, ਤੇ ਬਾਬੇ ਨੇ ਇੱਕ ਵਾਰੀ ਵੀ ਗਿਲਾ ਸਿਕਵਾ ਨਹੀਂ ਕੀਤਾ। ਉਹ ਤੇਰੇ ਪਿਓ ਨੇ ਸਾਡੇ ਨਾਲ ਆਹ ਕੀਤਾ, ਤੇਰੇ ਪਿਓ ਨੇ ਸਾਡੇ ਨਾਲ ਆਹ ਕੀਤਾ, ਅਸੀਂ ਤੇਰੀ ਸਹਾਇਤਾ ਕਿਉਂ ਕਰੀਏ? ਨਹੀਂ ਨਹੀਂ, ਗੁਰੂ ਨਾਨਕ ਦਾ ਘਰ ਜਿਹੜਾ ਜਨ ਜੀ, ਇਹ ਸ਼ਰਨ ਆਇਆਂ ਦੀ ਬਾਹ ਫੜਦਾ, ਲਾਜ ਰੱਖਦਾ ਜੀ। ਇਸੇ ਲਈ ਸਾਹਿਬ ਨੂੰ ਕਿਹਾ ਜਾਂਦਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਗੁਰੂ ਨਾਨਕ ਦੇ ਘਰ ਦਾ ਨਾ ਹਿੰਦੂ ਨਾਲ ਵੈਰ, ਨਾ ਮੁਸਲਮਾਨ ਨਾਲ ਵੈਰ। ਇੱਥੇ ਜੇ ਹਿੰਦੂ ਵੀ ਆਏ ਤੇ ਗੁਰੂ ਬਾਬੇ ਨੇ ਉਹਨਾਂ ਦੀ ਵੀ ਬਾਹ ਫੜੀ, ਉਹਨਾਂ ਦੇ ਤਿਲਕ ਤੇ ਜੰਜੂ ਦੀ ਖਾਤਰ, ਮਨੁੱਖਤਾ ਦੇ ਭਲੇ ਦੀ ਖਾਤਰ ਗੁਰੂ ਬਾਬੇ ਨੇ ਇਸੇ ਧਰਤੀ ਤੇ ਆ ਕਰਕੇ ਆਪਣੇ ਤਨ ਦੀ ਕੁਰਬਾਨੀ ਦੇ ਦਿੱਤੀ ਜੀ। ਕਲਗੀਧਰ ਪਾਤਸ਼ਾਹ ਜੀ ਦੇ ਬਚਨ, ਤਿਲਕ ਜਨੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਐਸੇ ਸਾਹਿਬਾਂ ਦੇ ਪਿਆਰਿਓ ਕਿਉਂ ਨਾ ਵਡਿਆਈਆਂ ਵਿੱਚ ਜੁੜੀਏ। ਜਿਹੜਾ ਸਾਹਿਬ ਦਾ ਘਰ ਹੈ ਹੀ ਸਦਾ ਬਖਸ਼ਿੰਦ ਤੇ ਸ਼ਰਨ ਆਇਆਂ ਦੀ ਲਾਜ ਰੱਖਣ ਵਾਲਾ ਹੈ। ਇਹ ਮਾਲਕ ਦਾ ਸੁਭਾਅ ਹੈ ਜੀ, ਮੁੱਢ ਕਦੀਮਾਂ ਦਾ। ਗੁਰਬਾਣੀ ਦਾ ਫੈਸਲਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਮਾਲਕ ਦੀ ਸ਼ਰਨ ਵਿੱਚ ਆ ਜਾਂਦਾ, ਮਾਲਕ ਉਹਨੂੰ ਗਲ ਵਕੜੀ ਵਿੱਚ ਲੈ ਲੈਂਦਾ ਹੈ।
जो शरण आवे तिस कंठ लावे, ये बिरध स्वामी संदा, ये मालक दा मुढ़ कदीमां दा सुभाव है जी, ये मालक दा बिरध है जी। ते ओही गुरु नानक जोत मालक प्रभु परमात्मा स्वरूप है। ओही गुरु रामदास महाराज सतगुरु जी ने, ओही कलगीधर पातशाह महाराज सतगुरु जी ने, देखो कलगीधर पातशाह महाराज सतगुरु जी नूं गनी खां ते नबी खां गुरु के प्यार वाले कहंदे ने, साडा ये उच्च दा पीर है। रातोरी दा दीवान सी जी बठिंडे दी धरती ते, मैं उत्थे भी अर्ज कीती सी यही भी देखो उन्हां जीवां ने गुरु कलगीधर पातशाह महाराज गुरु नानक दी जोत नूं पीरां दा पीर आखिया, उच्च दा पीर किया, ते अज गुरु के सिखा तू मट्टियां दे विचों पीर लभदा पिया। अज गुरु के सिखा हैरानी हुंदी है जदों तू मिट्टी दे विचों पीर लभदा पिया, अज कबरां दे विचों पीर भालदा पिया। गुरु नानक दे घर दे सिखा गुरु के कहाउण वालिया, गुरु नानक या हर पीर जगत गुर बाबा है, इस तो वड्डा होर पीर केड़ा हो सकदा है। गुरु नानक दे सिखा ठीक है, उन्हां नूं मुबारक जिहड़े होर होर दर ते झुकदे ने, पर घट्टो घट गुरु नानक दे कहाउण वालिया तू गुरु नानक दे दर ते एक वारी झुकिया ना, ये दरदा होया ना, हुण तैनूं दर दर ते भटकण दी लोड़ नहीं, क्योंकि ख्याल रखी जे गुरु नानक दे घर विचों पूरी नहीं ना पई, जिथे मर्जी भटक के देख लई, तेरी कदी पूरी नहीं पै सकदी। जिन्हों बाला प्रीतम दे दर तो झोलियां नहीं ना भरियां जी, जिन्हों इथों मंगना नहीं ना आया जी, वो भावें किते मर्जी जाके झोलियां फैलाउंदा फिरे, नक गोडे टेकदा फिरे, ओदी किते झोली नहीं भरनी। गुरु नानक दे दर नूं समर्पित होइए मालका, डंडौत बंधन अनकवार, सर्ब कला समरथ, डोलन ते राखो प्रभु, नानक दे कर हथ। बस डोलन तो सानू रख लै। असीं कदी किते डोली जा रहे हैं जी, कदी किते डोली जा रहे हैं। अन्ना दिनां दे विच गुरु के लाला नूं याद करो, माता गुजर कौर नूं याद करो, जिन्हां नूं बड़े लालच भी दिते गए ते डरावे भी दिते गए जी, पर रता भर भी डोले नहीं, रता भर भी नहीं मन्नी, धर्म तो मुनकर नहीं होए। पर अज प्यारिओ असीं कोई घर बार ते डोली जा रहे हैं, अपने धर्म नूं तब्दील करदे हां, गुरु नूं पिठ दे दिंदे हां। कोई रिजक आहार वास्ते, कोई अपने दुखड़े नूं रोंदियां होइयां, कदी साहिब दे परिवार नूं देखिए कि प्यारिओ मालक दे घर दे विच जे समाजिक तल ते अपनी मत अकल नाल असीं विचारदे हां ते किन्नी वड्डी भीड़ा गुरु बाबे दे परिवार ते है। पर साहिब दे दर तों सिख एक पासे जंग लगी होवे, उस जंग दे विच वड्डा पुत्र बाबा अजीत सिंह जी जूझ रहा होवे, ते दूजे पासे सरसा दे कंडे ते बाबा आसा की वार दा कीर्तन कर रहा होवे। कैसा साहिब है मालिक, पता भी है उन्होंने कसमां भुला करके हमला किया होया है, इधर आसा की वार दा कीर्तन हो रहा है। गुरु बाबे ने दृढ़ कराया कि सिखा किन्ना भी भीड़ा तो भीड़ा दा समा होवे, तेरे जीवन दे विचों बाणी ना विसरे, किन्ना भी दुख तो दुख दा समा होवे, तेरे जीवन दे विचों अमृत वेला ना खुंजे। क्योंकि जिवें मछली दा जीवन पानी है, सिख दा जीवन बाणी है। गुरु बाबे ने आप ये बचन किया है कि जे मैं आखदा जी उन्हों जपदा ते मेरा आत्मक जीवन है, जे मैं उन्हों ना जपां ते मेरी आत्मक मौत हो जाती है जी। रोज तुसीं पढ़दे ते सुनदे हो, आखां जीवां विसरै मर जाओ, आखण औखा साचा नाओ, साचे नाम की लागे भूख, उत भूखै खाए चलिए दुख, सो क्यों विसरै मेरी माए, साचा साहिब साचा नाए। मालका ऐसा नाम कदी ना भुले। गुरु बाबा अपने हथी पुत्रां नूं तोड़ के उन्हां नूं शहादतां दे जाम पींदियां देह करके भी कहंदा है, जिसकी बस्त तिस आगे राखै, प्रभ की आज्ञा माने मत है, उस ते चौगुण करे निहाल, नानक साहिब सदा दयाल। गुरु बाबे वर्गे दुखड़ा प्यारिओ कौन सहार सकता है। किन्ना भाणा मन के दसन वाले ने सतगुरु। वड्डे नेत्रां दे सामने शहीद होए, छोटियां दी खबर सुनी नूरे माईए दे कोलों, जिहड़ा भुब्बा मार मार के सुणाउंदा है, ते गुरु बाबा बस सारी वारता माता जी दी ते साहिबजादियां दी सुन के
ਕੇਵਲ ਇਹ ਕਾਹੀ ਦਾ ਬੂਟਾ ਖਰੋਜ ਕੇ ਤੀਰ ਦੀ ਨੋਕ ਨਾਲ ਪੁੱਟ ਕੇ ਸੁੱਟਦਾ। ਇੰਨਾ ਹੀ ਬਚਨ ਕਹਿੰਦਾ ਕਿ ਜ਼ੁਲਮ ਰਾਜ ਦੀ ਜੜ ਪੁੱਟੀ ਗਈ। ਤੇ ਸਿੱਖਾਂ ਨੇ ਪਿਆਰਿਓ ਹੱਥ ਜੋੜ ਕੇ ਪੁੱਛਿਆ ਸੀ, ਮਾਲਕਾ ਕਦੀ ਤੂੰ ਦੋ ਵੱਡੇ ਤੋਰ ਕੇ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕਰਕੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਗਾਉਣਾ ਹੈ। ਮਾਲਕਾ ਅੱਜ ਤੂੰ ਆਪਣੇ ਛੋਟੇ ਲਾਲਾਂ ਦੀ ਮਾਤਾ ਜੀ ਦੀ ਖਬਰ ਸੁਣੀ ਤੇ ਤੇਰੇ ਨੇਤਰਾਂ ਦੇ ਵਿੱਚ ਇੱਕ ਵੀ ਜਲ ਦਾ ਤੁਬਕਾ ਨਹੀਂ ਦੇਖਿਆ। ਮਾਲਕਾ ਤੈਨੂੰ ਕੋਈ ਦੁੱਖ ਨਹੀਂ, ਮਾਤਾਵਾਂ ਦਾ ਪਤਾ ਕੋਈ ਨਹੀਂ। ਚੌਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਲਕਾ ਮਾਤਾ ਜੀ ਚਲੇ ਗਏ। ਤੁਸੀਂ 9 ਸਾਲ ਦੇ ਸੀ ਜਦੋਂ ਪਿਤਾ ਨੂੰ ਤੋਰ ਦਿੱਤਾ ਤੇ ਅੱਜ ਵੀ ਮਾਲਕਾ ਤੁਹਾਡੇ ਨੇਤਰਾਂ ਵਿੱਚ ਕੋਈ ਜਲ ਨਹੀਂ। ਤੇ ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਪ੍ਰੈਕਟੀਕਲ ਤੌਰ ਤੇ ਸਮਝਾਇਆ ਸੀ। ਕਹਿੰਦੇ ਸਿੱਖੋ 5-7 ਲਕੀਰਾਂ ਧਰਤੀ ਤੇ ਕੱਢ ਦਿਓ, ਖਿੱਚ ਦਿਓ। ਕਹਿਣ ਲੱਗੇ ਜੀ 7 ਬਚਨ, ਕਹਿਣ ਲੱਗੇ ਇਹਨਾਂ ਨੂੰ ਮਿਟਾ ਦਿਓ। ਸਿੱਖਾਂ ਨੇ 7 ਬਚਨ ਕਹਿ ਕੇ ਮਿਟਾ ਦਿੱਤੀਆਂ ਜੀ। ਸਤਿਗੁਰੂ ਕਹਿਣ ਲੱਗੇ ਜਦੋਂ ਇਹ ਲਕੀਰਾਂ ਖਿੱਚੀਆਂ ਜਾਂ ਤੁਸੀਂ ਮਿਟਾਈਆਂ, ਕਿ ਤੁਹਾਨੂੰ ਕੋਈ ਖੁਸ਼ੀ ਜਾਂ ਗਮੀ ਹੋਈ? ਹੱਥ ਜੋੜ ਕੇ ਕਹਿੰਦੇ ਮਾਲਕਾ ਤੁਹਾਡਾ ਹੁਕਮ ਸੀ ਕਿ ਲਕੀਰਾਂ ਖਿੱਚੋ, ਅਸੀਂ ਖਿੱਚ ਦਿੱਤੀਆਂ। ਤੁਹਾਡਾ ਹੁਕਮ ਸੀ ਮਿਟਾ ਦਿਓ, ਅਸੀਂ ਮਿਟਾ ਦਿੱਤੀਆਂ। ਕਾਹਦੀ ਖੁਸ਼ੀ ਤੇ ਕਾਹਦੀ ਗਮੀ? ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਸ ਮੈਂ ਇਹੀ ਸਮਝਾਉਣਾ ਚਾਹੁੰਦਾ ਕਿ ਸਿੱਖੋ ਮਾਲਕ ਪ੍ਰਭੂ ਪਰਮਾਤਮਾ ਨੇ ਆਪਣੇ ਹੁਕਮ ਰਜਾ ਦੇ ਅੰਦਰ ਮੇਰੇ ਜੀਵਨ ਦੇ ਅੰਦਰ ਪਰਿਵਾਰ ਰੂਪੀ 5-7 ਲਕੀਰਾਂ ਖਿੱਚੀਆਂ ਸਨ। ਕਹਿੰਦੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਮਿਟਾ ਦਿੱਤੀਆਂ। ਮੈਂ ਤੇ ਮਾਲਕ ਦਾ ਸ਼ੁਕਰਗੁਜ਼ਾਰ ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ। ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੇਰਾ ਪਰਿਵਾਰ, ਮੇਰੇ ਬੱਚੇ ਧਰਮ ਦੇ ਲੇਖੇ ਲੱਗੇ ਨੇ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਮਹਾਰਾਜ ਕੈਸਾ ਭਾਣਾ ਮੰਨ ਕੇ ਦੱਸਣ ਵਾਲੇ ਨੇ ਜੀ। ਜਿੰਨੇ ਉਹਦੀ ਰਜਾ ਵਿੱਚ ਰਾਜੀ ਰਹਿਣਾ ਨਾ ਜੀ, ਉਹਨੂੰ ਵੱਡੇ ਤੋਂ ਵੱਡਾ ਦੁੱਖ ਵੀ ਕਦੀ ਡੁਲਾ ਨਹੀਂ ਜੇ ਸਕਦਾ। ਵੱਡੇ ਤੋਂ ਵੱਡਾ ਦੁੱਖ ਵੀ ਡੁਲਾ ਨਹੀਂ ਸਕਦਾ। ਪਰ ਸੁਭਾਵਕ ਹੈ ਜੀ, ਕਈ ਵਾਰੀ ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਗਿਲੇ ਸਿਕਵੇ ਪੈਦਾ ਹੋ ਜਾਂਦੇ ਨੇ। ਪਰ ਕਦੀ ਆਪਣੇ ਤੋਂ ਅੱਗੇ ਵਾਲਿਆਂ ਨੂੰ ਦੇਖੀਏ ਧਰਮ ਦੀ ਦੁਨੀਆ ਦੇ ਅੰਦਰ ਤੇ ਸਮਾਜ ਦੇ ਅੰਦਰ ਚੱਲਦਿਆਂ ਹੋਇਆਂ ਆਪਣੇ ਤੋਂ ਪਿੱਛੇ ਚੱਲਦਿਆਂ ਹੋਇਆਂ ਜੀਵਾਂ ਨੂੰ ਦੇਖੀਏ। ਜੇ ਸਮਾਜ ਅੰਦਰ ਕਾਮਯਾਬੀ ਹਾਸਲ ਕਰਨੀ ਤੇ ਆਪਣੇ ਤੋਂ ਹੇਠਲੇਪਨ ਨੂੰ ਵੀ ਦੇਖ ਕੇ ਚੱਲ। ਜੇ ਧਰਮ ਦੀ ਦੁਨੀਆ ਅੰਦਰ ਕਾਮਯਾਬੀ ਹਾਸਲ ਕਰਨੀ ਹੈ ਤੇ ਇੱਥੇ ਇਹ ਦੇਖ ਕੇ ਇੱਥੇ ਤਾਂ ਇੱਕ ਦੋ ਇੱਕ ਚੜਾਉਂਦੀਆਂ। ਜੇ ਤੂੰ ਪਿਆਰਿਆ 2 ਘੜੀਆਂ ਸਿਮਰਨ ਕਰਨ ਵਾਲਿਆਂ ਤੇ ਇੱਥੇ 2-2 ਘੰਟੇ ਚੌਂਕੜਾ ਮਾਰ ਕੇ ਵੀ ਬਹਿਣ ਵਾਲੇ ਨੇ। ਤੂੰ 5 ਬਾਣੀਆਂ ਦਾ ਨਿਤਨੇਮੀਆਂ ਤੇ ਇੱਥੇ ਸੁਖਮਨੀ ਸਾਹਿਬ, ਆਸਾ ਕੀ ਵਾਰ, 5 ਗ੍ਰੰਥੀ ਵੀ ਪੜਨ ਵਾਲੇ ਨੇ। ਇੱਥੇ ਸਾਰਾ ਦਿਨ ਸੇਵਾ ਕਰਨ ਵਾਲੇ ਨੇ ਗੁਰੂ ਕੇ ਪਿਆਰ ਵਾਲੇ। ਇੱਥੇ ਧਰਮ ਦੀ ਦੁਨੀਆ ਅੰਦਰ ਕਿਤੇ ਮਾਣ ਹੰਕਾਰ ਨਾ ਕਰ ਬੈਠੇ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਕਿਸੇ ਮਹਾਤਮਾ ਦੇ ਚਲਦਿਆਂ ਹੋਇਆਂ ਜੀ ਰਸਤੇ ਦੇ ਵਿੱਚ ਚੁਬਾਰੇ ਦੇ ਨੇੜੇ ਲੰਘਣ ਲੱਗੇ ਤੇ ਉੱਪੋਂ ਕਿਸੇ ਇਸਤਰੀ ਨੇ ਜੀ ਕੂੜੇ ਦੀ ਬਾਲਟੀ ਜਿਹੜੀ ਸੀ, ਸਵਾਹ ਦੀ ਬਾਲਟੀ ਜਿਹੜੀ ਮੁੱਧੀ ਕੀਤੀ, ਰੋੜ ਦਿੱਤੀ। ਉਹ ਸਵਾਹ ਜਿਹੜੀ ਸੀ ਮਹਾਤਮਾ ਦੇ ਸਿਰ ਦੇ ਵਿੱਚ ਪੈ ਗਈ। ਮਹਾਤਮਾ ਨੇ ਹੱਥ ਲਾਇਆ, ਸਵਾਹ ਦੇਖੀ ਜੀ। ਉਹਨੇ ਇਸਤਰੀ ਨੂੰ ਕੋਈ ਬੁਰਾ ਭਲਾ ਨਹੀਂ ਆਖਿਆ। ਉੱਥੇ ਹੱਥ ਜੋੜ ਕੇ ਖੜੇ ਹੋ ਗਏ ਤੇ ਕਹਿੰਦੇ ਹੇ ਮੇਰੇ ਮਾਲਕ ਪਰਮਾਤਮਾ, ਮੈਂ ਤੇਰਾ ਸ਼ੁਕਰਗੁਜ਼ਾਰ ਹਾਂ, ਤੇਰਾ ਧੰਨਵਾਦ ਕਰਦਾ ਕਿ ਇਹ ਕੇਵਲ ਮੇਰੇ ਸਿਰ ਦੇ ਵਿੱਚ ਸਵਾਹ ਪਈ ਹੈ, ਇਹਦੇ ਵਿੱਚ ਅੱਗ ਨਹੀਂ ਆ। ਜੇ ਅੱਗ ਹੁੰਦੀ ਤੇ ਮੈਂ ਜਲ ਵੀ ਸਕਦਾ ਸਾਂ, ਇਹ ਕੇਵਲ ਠੰਡੀ ਸਵਾਹ ਹੈ। ਇੰਨੀ ਗੱਲ ਸੁਣ ਕੇ ਜੀ ਇਸਤਰੀ ਹੇਠਾਂ ਬੜੀ ਜਲਦੀ ਦੇ ਨਾਲ ਆਈ। ਉਹਨੇ ਆ ਕੇ ਹੱਥ ਜੋੜ ਕੇ ਮੁਆਫੀ ਮੰਗੀ। ਕਹਿਣ ਲੱਗੀ ਕਿ ਫਕੀਰ ਸਾਈਆਂ ਮੈਨੂੰ ਮੁਆਫ ਕਰ ਦੇ, ਮੈਂ ਜਾਣ ਬੁੱਝ ਕੇ ਸਵਾਹ ਨਹੀਂ ਸੁੱਟੀ, ਮੈਂ ਤੇ ਅਚਾਨਕ ਸੁੱਟੀ ਤੇ ਤੁਹਾਡੇ ਪੈ ਗਈ, ਮੇਰੇ ਕੋਲੋਂ ਗਲਤੀ ਹੋ ਗਈ, ਮੁਆਫੀ ਦੇ ਦਿਓ। ਕਹਿਣ ਲੱਗੇ ਨਹੀਂ ਭਲੀਏ ਤੇਰੀ ਕੋਈ ਗਲਤੀ ਨਹੀਂ, ਤੂੰ ਤੇ ਮੈਨੂੰ ਸਦੋਂ ਮਾਲਕ ਦੇ ਸ਼ੁਕਰਗੁਜ਼ਾਰ ਕੀਤਾ, ਮੈਂ ਤੇਰਾ ਵੀ ਧੰਨਵਾਦ ਕਰਦਾ ਹਾਂ। ਕਈ ਅਨੇਕਾਂ ਸਾਧੂ ਫਕੀਰ ਲੋਕ ਨੇ ਜਿਹੜੇ ਆਪ ਆਪਣੇ ਸਰੀਰਾਂ ਤੇ ਆਪਣੇ ਸਿਰ ਵਿੱਚ ਸਵਾਹ ਪਾ ਲੈਂਦੇ ਨੇ। ਮੇਰੇ ਤੇ ਮਾਸਾ ਪੈ ਗਈ, ਫਿਰ ਕੀ ਹੋ ਗਿਆ, ਮੈਂ ਤੇ ਮਾਲਕ ਦਾ ਸ਼ੁਕਰਗੁਜ਼ਾਰ ਹਾਂ, ਇਹਦੇ ਵਿੱਚ ਅੱਗ ਕੋਈ ਨਹੀਂ। ਕਹਿਣ ਤੋਂ ਭਾਵ ਕਿ ਜਿਹਦੇ ਜੀਵਨ ਦੇ ਵਿੱਚ ਪਿਆਰਿਓ ਮਾਲਕ ਦਾ ਧੰਨਵਾਦ ਸ਼ੁਕਰਾਨਾ ਹੈ, ਵੱਡੇ ਤੋਂ ਵੱਡਾ ਦੁੱਖ ਵੀ ਕਦੀ ਉਹਨੂੰ ਡੁਲਾ ਨਹੀਂ ਸਕਦਾ। ਤੇ ਐਸੇ ਸਾਹਿਬ ਦੇ ਘਰ ਦੀਆਂ ਵਡਿਆਈਆਂ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਵਾਰ ਕਰਕੇ ਤੇ ਪਿਆਰਿਓ ਫਿਰ ਵੀ ਇਹ ਬਚਨ ਕਹੇ। ਅਦੀਬ ਦੇ ਬੜੇ ਪਿਆਰੇ ਬਚਨ ਨੇ। ਉਹ ਕਹਿੰਦੇ ਸਿੰਘੋ, ਟੈਂਦੇ ਦੇਸ ਦਾ ਜਦੋਂ ਸਹਾਰਾ ਕੋਈ ਨਹੀਂ ਸੀ,
ਪਿਤਾ ਦੇਸ਼ ਤੋਂ ਉਦੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹਿੰਦ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤ ਬਖਸ਼ੇ ਮੈਨੂੰ ਪ੍ਰਮਾਤਮਾ ਨੇ, ਜੋੜਾ ਜੋੜਾ ਕਰਕੇ ਵਾਰਿਆ ਮੈਂ। ਸ਼ਹਿਨशाह ਮੈਨੂੰ ਨਾ ਆਖੋ ਸਿੰਘੋ, ਸ਼ਹਿਨशाह ਮੈਨੂੰ ਨਾ ਆਖੋ ਸਿੰਘੋ, ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ। ਐਸੇ ਸਾਹਿਬਾਂ ਦੀਆਂ ਪਿਆਰਿਓ ਅਸੀਂ ਕਿੱਥੇ ਦੇਣ ਦੇ ਸਕਦੇ, ਕਿੱਥੇ ਵਡਿਆਈਆਂ ਕਰ ਸਕਦੇ ਹਾਂ? ਅਸੀਂ ਅਧੂਰੇ ਪੂਰਿਆਂ ਦੀਆਂ ਪਿਆਰਿਓ ਕਿੱਥੇ ਵਡਿਆਈਆਂ ਹੋ ਸਕਦੀਆਂ? ਜਿਹੜਾ ਸਾਹਿਬ ਫਿਰ ਵੀ ਆਖੇ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸਾ। ਸੰਤਾਪੇ। ਐਸੇ ਸਾਹਿਬਾਂ ਦੀ ਵਡਿਆਈ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ, ਅਗਮ ਨਿਗਮ ਉਦਾਹਰਣ ਜਰਾ ਜੰਮੇ ਆਰੋਹ। हे ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੂੰ ਵਰਾ ਰੂਪ ਹੋ ਕਰਕੇ ਨਾ ਵੇਦਾਂ ਨੂੰ ਵੀ ਬਚਾਉਣ ਵਾਲਾ ਤੂੰ ਹੈ, ਤੇ ਮਾਲਕਾ ਬੁਢੇਪੇ ਤੇ ਜੰਮ ਦੇ ਉੱਪਰ ਤੂੰ ਸਵਾਰ ਹੋਣ ਵਾਲਾ ਹੈ। ਭਾਵ ਕਿ ਨਾ ਤੇਰਾ ਕੋਈ ਜੰਮ ਵਿਗਾੜ ਸਕਦਾ ਹੈ, ਨਾ ਬੁਢੇਪਾ ਤੇਰਾ ਕੁਝ ਵਿਗਾੜ ਸਕਦਾ ਹੈ। ਗੁਰ ਅਮਰਦਾਸ ਥਿਰ ਥਪਿਓ, ਪਰਗਾਮੀ ਤਾਰਨ ਤਰਨ। ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਨੇ ਤੁਹਾਨੂੰ ਐਸਾ ਥਿਰ ਤਖਤ ਤੇ ਥਾਪਿਆ। ਮਾਲਕਾ ਤੁਸੀਂ ਪਾਰਾਵਾਰ ਤੋਂ ਰਹਿਤ ਹੋ, ਤੁਸੀਂ ਜੀਵਾਂ ਨੂੰ ਭਵਜਲ ਸੰਸਾਰ ਤੋਂ ਤਾਰਨ ਵਾਸਤੇ ਜਹਾਜ਼ ਬੋਇਥੇ ਦੀ ਨਹੀਂ ਆਈ ਹੋ। ਅਗ ਅੰਤਕ ਬਦੈ ਨਾ ਸਾਲੇ ਕਾਵ, ਗੁਰ ਰਾਮਦਾਸ ਤੇਰੀ ਸਰਣ। हे ਗੁਰੂ ਰਾਮਦਾਸ ਮਹਾਰਾਜ, ਤੇਰੇ ਵਰਗਾ ਪਾਪਾਂ ਤੋਂ ਰਹਿਤ ਕਰਨ ਵਾਲਾ, ਪਾਪਾਂ ਨੂੰ ਖੰਡਣ ਵਾਲਾ ਮੈਂ ਹੋਰ ਦੁਨੀਆ ਤੇ ਕੋਈ ਕਿਸੇ ਦੂਜੇ ਨੂੰ ਨਹੀਂ ਜਾਣਦਾ। ਮਾਲਕਾ ਤੂੰ ਸਾਰੇ ਪਾਪਾਂ ਦੇ ਨਾਸ ਕਰਨ ਵਾਲਾ ਹੈ, ਤੇ ਸਲ ਕਵੀ ਸਲ ਭੱਟ ਤੇਰੀ ਸ਼ਰਨ ਵਿੱਚ ਢਹਿ ਪਿਆ। ਮੇਰੇ ਤੇ ਵੀ ਕਿਰਪਾ ਕਰ, ਰਹਿਮਤ ਕਰ, ਬਖਸ਼ਿਸ਼ ਕਰਨ। ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸਤਿਗੁਰੂ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭ ਦੀਆਂ ਕਿਰਤ ਕਮਾਈਆਂ ਸਫਲੀਆਂ ਕਰਨ, ਯਾਤਰਾਵਾਂ ਸਫਲੀਆਂ ਕਰਨ। ਸਮੁੱਚੀ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਕਾਰਯੋਗ ਸਿੰਘ ਸਾਹਿਬ ਹੋਣਾ ਦਾ ਧੰਨਵਾਦ। ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਚੜ੍ਹਦੀ ਕਲਾ ਟਾਈਮ ਟੀਵੀ ਵਾਲੇ, ਭਾਈ ਮਨਜਿੰਦਰ ਸਿੰਘ ਜੀ ਹੋਣਾ ਦਾ ਤਹਿ ਦਿਲ ਤੋਂ ਮੈਂ ਧੰਨਵਾਦੀ ਹਾਂ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ, ਬਾਲਾ ਪ੍ਰੀਤਮ ਸਤਿਗੁਰੂ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਹਾਜ਼ਰੀ ਭਰੀ ਹੈ। ਗੁਰੂ ਮਾਲਕ ਇਸੇ ਤਰ੍ਹਾਂ ਕਿਰਪਾ ਕਰੇ, ਸੇਵਾਵਾਂ ਲੈਂਦੇ ਰਹਿਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।